चढ़दी कला तेरे भाणे सरबत दा भला। केवल अपने लिए नहीं मंगना, सरबत दे भले लिए मंगना है। सो साध संगत जी, आप सारे जिन्ने जी आए हो, भावें के मन दे विच ये आसा लैके आउने आ, साचे साहिबा क्या नाही घर तेरा है, घर तां तेरा है, सब किछ है, जिस देह सो पावे। भावें के अपने मन दे विच ये आसा लैके आउने आ, साजनो तू मीत मेरा, गृह तेरा सब के, मान मंगो तान मंगो, धन लक्ष्मी सुत दे। ये मंगदे आ, पर साध संगत जी इहदे नाल नाल आपां ये भी बेनती करनी है, हे सच्चे पातशाह, ये दुनियादारी दी लोड़ है। ये जगत दे विच साडी जेड़ी आम दुनियावी लोड़ आप पूरी कर दिओ, ये भी किरपा करियो। विसरना ही दातार अपना नाम देहो, गुण गावां दिन रात, नानक चाहो एहो, ये भी किरपा करियो। इस प्रकार साध संगत जी साडे जीवन दे विच सुख टिकाओ, समृद्धि और ਜਿਹੜੀ गुरु किरपा दे नाल सहज दी अवस्था वो प्राप्त होवेगी। लड़ीवार कथा श्री गुरप्रताप सूरज ग्रंथ जी दे विचों श्रवण करदे पए सां। सतगुरु छेवें पातशाह जी पहुंच गए ने नानक मत्ता साहब। जोगी सिद्ध भज गए, जाके अपने वड्डे वड्डे बाबियां कोल, वड्डे वड्डे सिद्धां कोल कहन लगे, गुरु नानक दे कोलों हार के अपना ये अस्थान गवा बैठे सां, ते हुण उन्हां दा एक चेला आया, ओनू असां भजाया अपनी वल्लों, पर पता नहीं उन्हें किवें सुनेहा घल दिता, ते अपने गुरु छेवें गुरु श्री गुरु हरगोबिंद साहब नू उन्हां बुला लिया। उन्हां ते ना तां साडी कोई शक्ति करामात कम कर दीजे, ते ना उन्हां दे सामने को शरीरक बल चलना है, इसलिए बाबा जी तुसी चलो। ਤਾਂ ਇਹਨਾਂ ਨੇ ਆਪੋ ਵਿੱਚ ਸਲਾਹਾਂ ਕੀਤੀਆਂ। ਗੋਰਖਨਾਥ ਤੇ ਮੰਗਲਨਾਥ ਵਰਗੇ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਉਲਝਣਾ ਨਹੀਂ ਚਾਹੁੰਦੇ, ਪਰ ਇਹਨਾਂ ਦੇ ਵਿੱਚ ਹੀ ਸਾਧ ਸੰਗਤ ਜੀ ਕੁਝ ਐਸੇ ਵੀ ਨੇ ਭੰਗਰਨਾਥ ਵਰਗੇ ਜਿਹੜੇ ਕਿ ਝਗੜਾ ਕਰਨ ਨੂੰ ਤਿਆਰ ਹੋ ਪਏ। ਆਖਰ ਇਹ ਮਤਾ ਹੋਇਆ ਵੀ ਜਾਓ ਤੇ ਜਿਹੜੇ ਜਿਹੜੇ ਕਹਿੰਦੇ ਹੋ ਅਸੀਂ ਗੁਰੂ ਨੂੰ ਹਰਾ ਦੇਵਾਂਗੇ, ਜਾ ਕੇ ਹਰਾ ਦਿਓ, ਤੇ ਜਿਹੜਾ ਨਾਨਕ ਮੱਤਾ ਬਣ ਗਿਆ ਇਹਨੂੰ ਗੋਰਖ ਮੱਤਾ ਮੁੜ ਕੇ ਬਣਾ ਲਓ। ਇਹ ਫੈਸਲਾ ਹੁਣ ਤੋਂ ਝਗੜਾਲੂ ਜਿਹੜੇ ਸਿੱਧ ਸਨ ਉਹ ਚਲੇ ਗਏ ਨੇ। ਸਤਿਗੁਰਾਂ ਦੇ ਕੋਲ ਜਾ ਕੇ ਇਹਨਾਂ ਨੇ ਆਦੇਸ਼ ਕਿਹਾ। ਅੱਗੋਂ ਹਜੂਰ ਨੇ ਜਵਾਬ ਦਿੱਤਾ, ਆਦੇਸ਼ ਤਿਸੈ ਆਦੇਸ਼। ਜਪਜੀ ਸਾਹਿਬ ਜੀ ਦੇ ਵਿੱਚ ਬਾਣੀ ਆ ਨਾ, ਆਦੇਸ਼ ਦਾ ਮਤਲਬ ਨਮਸਕਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੰਦੇ ਨੂੰ ਨਮਸਕਾਰ ਨਹੀਂ, ਵਾਹਿਗੁਰੂ ਨੂੰ ਨਮਸਕਾਰ ਹੈ। ਇਹਨਾਂ ਨੇ ਫਿਰ ਸ਼ੁਰੂ ਕੀਤਾ ਕਿ ਆਪ ਗ੍ਰਸਤੀ ਹੋ ਤੇ ਅਸੀਂ ਸੰਨਿਆਸੀਆਂ, ਜੋਗੀਆਂ, ਸਿੱਧਾਂ। ਉਹਦੇ ਮੇਰੇ ਦਾਤਾ ਜੀ ਨੇ ਉੱਤਰ ਦੇ ਕੇ ਇਹਨਾਂ ਨੂੰ ਝੂਠਿਆਂ ਪਾਇਆ ਤੇ ਫਿਰ ਆਖਿਆ ਤੁਸੀਂ ਬਾਣਾ ਭੇਖ ਬਣਾਇਆ ਹੈ, ਅੰਦਰ ਤੁਹਾਡੇ ਕੋਈ ਜੋਗ ਨਹੀਂ, ਕੋਈ ਸੰਨਿਆਸ ਨਹੀਂ, ਅੰਦਰੋਂ ਖਾਲੀ ਤੁਰੇ ਫਿਰਦੇ ਹੋ। ਤੇ ਤੁਸਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸੱਚੇ ਜੋਗੀ ਨੇ ਉਹਨਾਂ ਦੀਆਂ ਨਿਸ਼ਾਨੀਆਂ ਦੀ ਬੇਅਦਬੀ ਕੀਤੀ। ਇਸ ਲਈ ਹੁਣ ਭਾਈ ਤੁਸੀਂ ਸਜ਼ਾ ਦੇ ਹੱਕਦਾਰ ਹੋ ਤੇ ਤੁਹਾਨੂੰ ਸਜ਼ਾ ਦਈਏ। ਫਿਰ ਇਹ ਅੱਗੋਂ ਬੜੇ ਕ੍ਰੋਧ ਵਿੱਚ ਆ ਗਏ, ਲੱਗੇ ਆਪਣੀਆਂ ਕਰਾਮਾਤਾਂ ਜੀਆਂ ਵਿਖਾਉਣ, ਸ਼ਕਤੀਆਂ ਵਿਖਾਉਣ। ਕਿਵੇਂ ਕਿਵੇਂ ਇਹਨਾਂ ਨੇ ਸ਼ਕਤੀਆਂ ਵਿਖਾ ਕੇ ਸਤਿਗੁਰਾਂ ਨੂੰ ਡਰਾਉਣਾ ਚਾਹਿਆ ਤੇ ਅੱਗੋਂ ਫਿਰ ਕੀ ਬਣਿਆ, ਆਓ ਅਗਲਾ ਪ੍ਰਸੰਗ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਗੁਰੂ ਚਰਨਾਂ ਦਾ ਧਰੀਏ ਧਿਆਨ, ਲਵਾਓ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਬੋਲਿਓ ਭੰਗਰ ਕ੍ਰੋਧ ਵਧਾਏ। ਭੰਗਰਨਾਥ ਬੜੇ ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕਰਕੇ ਕਹਿਣ ਲੱਗਾ, ਹਮ ਨੀਕੇ ਸਮਝਾਏ ਨਾ ਮਾਨੀ। ਕਹਿੰਦਾ ਚੰਗਾ ਫਿਰ ਅਸੀਂ ਤੇ ਸਮਝਾਇਆ ਸੀ ਤੁਹਾਨੂੰ ਵੀ ਇਹ ਜਗ੍ਹਾ ਛੱਡ ਕੇ ਚਲੇ ਜਾਓ ਵਾਪਸ ਅੰਮ੍ਰਿਤਸਰ, ਪਰ ਤੁਸੀਂ ਮੰਨੇ ਨਹੀਂ ਨਾ ਸਾਡੀ ਗੱਲ।
ਹੁਣ ਤੁਹਾਨੂੰ ਦੱਸਦੇ ਹਾਂ। ਕਰਹਿ ਚਮੂ ਜੋਤ ਆਬ ਤੋ ਵਹਾਨੀ, ਹੁਣ ਤੁਹਾਨੂੰ ਤੇ ਤੁਹਾਡੀ ਫੌਜ ਨੂੰ ਖਤਮ ਕਰ ਦਿਆਂਗੇ। ਨਾਹੇ ਤਾਂ ਤੂਰਨ ਜਾਹੋ ਪਲਾਈ, ਨਹੀਂ ਤਾਂ ਅਜੇ ਵੀ ਮੌਕਾ ਜੇ, ਇਸ ਅਸਥਾਨ ਨੂੰ ਛੱਡ ਕੇ ਵਾਪਸ ਚਲੇ ਜਾਓ। ਬੋਲਤ ਦਾਰੁਨ ਰੂਪ ਬਣਾਈ, ਇਸ ਤਰ੍ਹਾਂ ਬੜਾ ਡਰਾਵਣਾ ਜਿਹਾ ਰੂਪ ਬਣਾ ਕੇ ਇਹ ਬੋਲਿਆ। ਸ਼ੇਰ ਸਰਪ ਗਿਰ ਸਮ ਵਧ ਗਏ, ਸਾਧ ਸੰਗਤ ਜੀ, ਸ਼ੇਰ ਦਾ, ਸਰਪ ਦਾ, ਗਿਰਜਾ ਇਤਿਆਦਿਕ ਦਾ ਰੂਪ ਇਹਨਾਂ ਨੇ ਧਾਰਿਆ ਹੈ। ਦੇਖਤ ਸਿੱਖ ਬਿਸਮ ਔਰ ਪਹੇ, ਦੇਖ ਦੇਖ ਕੇ ਗੁਰੂ ਕੇ ਸਿੱਖ ਬੜੇ ਹੈਰਾਨ ਹੋਏ ਹਨ। ਸੁਣਤ ਹੁਤੇ ਸ਼੍ਰੀ ਨਾਨਕ ਸਾਥ, ਇਹ ਸਾਖੀਆਂ ਸੁਣੀਆਂ ਸੀ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਇਹਨਾਂ ਨੇ ਐਸਾ ਕਰਨ ਦਾ ਯਤਨ ਕੀਤਾ ਸੀ। ਅਜ਼ਮਤ ਲਾਏ ਥਕੇ ਸਿੱਧਨਾਥ, ਇਹ ਬੜੀ ਅਜ਼ਮਤ, ਬੜੀ ਤਾਕਤ, ਬੜੀ ਸ਼ਕਤੀ ਉਦੋਂ ਵੀ ਲਾ ਕੇ ਥੱਕ ਗਏ ਸਨ ਸਿੱਧ ਤੇ ਨਾਥ। ਤੇਮ ਆਬ ਗੁਰਸੋਂ ਕੀਨ ਬਖੇਰਾ, ਹੁਣ ਵੀ ਇਹਨਾਂ ਨੇ ਉਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਝਗੜਾ ਕੀਤਾ। ਬੋਲੇ ਹਰ ਗੋਬਿੰਦ ਤਿਸ ਬੇਰਾ, ਅੱਗੋਂ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ, ਬੋਲੇ ਹਨ, ਬੈਠੇ ਰਹੋ ਬਿਲੋਕ ਤਮਾਸ਼ਾ, ਗੁਰੂ ਕਿਉ ਸਿੱਖੋ ਘਬਰਾਇਓ ਨਾ, ਧਾਰਸ ਕਰਕੇ ਬੈਠੇ ਰਹੋ ਤੇ ਤਮਾਸ਼ਾ ਵੇਖੋ ਹੁਣ ਤੁਸੀਂ। ਸਭ ਇਨ ਸ਼ਕਤੀ ਹੋਏ ਬਿਨਾਸ਼ਾ, ਤੇ ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਦਾ ਨਾਸ ਹੋਇਆ ਹੀ ਲਓ, ਇਹਨਾਂ ਦੀਆਂ ਸ਼ਕਤੀਆਂ ਹੁਣੇ ਖਤਮ ਹੋਈਆਂ ਹੀ ਜਾਣੋ। ਗੁਰ ਡੇਰੇ ਤੇ ਦੂਰ ਫਿਰੰਤੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਨੇੜੇ ਜਦੋਂ ਆਉਣ ਦਾ ਯਤਨ ਕਰਦੇ ਨੇ ਨਾ, ਗੁਰ ਨਰ ਕੇ ਸਤਿਗੁਰੂ ਜੀ ਦੇ ਨਾਲ ਦੇ ਜਿਹੜੇ ਸਿੱਖ ਨੇ ਤੇ ਇਹਨਾਂ ਨੂੰ ਡਰਾਉਣ ਦਾ ਯਤਨ ਕਰਦੇ ਨੇ ਤੇ ਸਤਿਗੁਰਾਂ ਦੇ ਡੇਰੇ ਦੇ ਦੁਆਲੇ ਦੁਆਲੇ ਘੁੰਮਦੇ ਹਨ। ਗੁਰੂ ਤੇਜ ਤੇ ਅੰਗ ਜਰੰਤੇ, ਤਾਂ ਸਤਿਗੁਰੂ ਜੀ ਦਾ ਤੇਜ ਸੂਰਜ ਦੀ ਨਿਆਈ ਚਮਕਿਆ। ਜਦੋਂ ਇਹ ਸਤਿਗੁਰਾਂ ਦੇ ਡੇਰੇ ਦੇ ਨੇੜੇ ਆਉਣ ਨਾ, ਸਿੱਖਾਂ ਨੂੰ ਡਰਾਉਣ ਤੇ ਇਹਨਾਂ ਨੂੰ ਸਾੜ ਪਵੇ, ਇਹਨਾਂ ਨੂੰ ਸਤਿਗੁਰਾਂ ਦਾ ਤੇਜ ਇਉਂ ਲੱਗੇ ਜਿਵੇਂ ਸਾਨੂੰ ਸਾੜਦਾ ਪਿਆ ਹੈ। ਬਰਖਾ ਆਦਿਕ ਬੜ ਉਤਪਾਤ, ਇਹਨਾਂ ਨੇ ਬਰਖਾ ਇਤਿਆਦਿਕ ਤੂਫਾਨ ਹਨੇਰੀ ਬੜੇ ਬੜੇ ਉਤਪਾਤ ਲਿਆਂਦੇ। ਗੁਰ ਨਰ ਕੇ ਨਾ ਛੂਏ ਕੁਛ ਗਾਤ, ਪਰ ਗੁਰੂ ਕੇ ਕਿਸੇ ਇੱਕ ਵੀ ਸਿੱਖ ਨੂੰ ਇਹ ਛੂਹ ਤੱਕ ਨਾ ਸਕੇ। ਗੁਰੂ ਪ੍ਰਤਾਪ ਆਪਣ ਦਿਖਰਾਵਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਪ੍ਰਤਾਪ ਇਹਨਾਂ ਨੂੰ ਵਿਖਾਇਆ। ਸਮ ਸੂਰਜ ਕੇ ਤਿਨਹੋਂ ਦਿਖਾਵਾ, ਸਤਿਗੁਰੂ ਜੀ ਇਹਨਾਂ ਨੂੰ ਸੂਰਜ ਦੀ ਨਿਆਈ ਦਰਸ਼ਨ ਦਿੰਦੇ ਨੇ। ਜਹ ਜਹ ਫਿਰਤ ਧਾਏ ਕਰ ਸਾਰੇ, ਤੇ ਜਿੱਤੇ ਜਿੱਤੇ ਕਿਤੇ ਸਾਧ ਸੰਗਤ ਜੀ ਇਹ ਭੱਜੇ ਦੌੜਦੇ ਫਿਰਦੇ ਸੰਚਾਰ ਚਫੇਰੇ। ਅਗਨ ਸਮਾਨ ਤਹਾਂ ਤਹ ਜਾਰੇ, ਇਹਨਾਂ ਨੂੰ ਇਉਂ ਮਹਿਸੂਸ ਹੋਵੇ ਜਿਵੇਂ ਇਹਨਾਂ ਨੂੰ ਅੱਗ ਲੱਗ ਚੱਲੀ ਹੈ। ਸਹਿ ਨਾ ਸਕਹਿ ਭਾਜਣ ਹੀ ਧਾਰਾ, ਜਦੋਂ ਇਹਨਾਂ ਦੇ ਕੋਲੋਂ ਇਹ ਗਰਮੀ ਸਹੀ ਨਾ ਗਈ, ਸੇਕ ਸਹਿਆ ਨਾ ਗਿਆ, ਤਾਂ ਲੱਗੇ ਚੀਕਾਂ ਮਾਰ ਮਾਰ ਕੇ ਭੱਜਣ। ਵਿਆਕੁਲ ਹੋਤ ਲਾਏ ਬਲ ਸਾਰਾ, ਬੜਾ ਜ਼ੋਰ ਲਾਇਆ ਪਰ ਗੱਲ ਨਾ ਬਣੀ, ਬੜੇ ਵਿਆਕੁਲ ਹੋ ਗਏ। ਜਰੇ ਜਾਹੇ ਤਨ ਯਤਨ ਕਰੰਤੇ, ਬੜਾ ਯਤਨ ਕਰਦੇ ਨੇ, ਜ਼ੋਰ ਲਾਉਂਦੇ ਨੇ ਕਿ ਕਿਵੇਂ ਨਾ ਕਿਵੇਂ ਸਾਡੀ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅਸਰ ਪਾਵੇ। ਚੱਲੇ ਪਲਾਏ ਹਿਰਦੇ ਪਛੁਤੰਤੇ, ਪਰ ਜਦੋਂ ਕੁਝ ਨਾ ਬਣਿਆ ਤਾਂ ਮਨ ਵਿੱਚ ਪਛਤਾਉਂਦੇ ਹੋਏ ਪਿੱਛੇ ਹਟ ਗਏ। ਠਹਿਰਿਓ ਗਇਓ ਨਾ ਬੜ ਹੱਠ ਧਾਰਤ, ਪਰ ਇਹਨਾਂ ਕੋਲੋਂ ਠਹਿਰਿਆ ਨਾ ਗਿਆ, ਬੜਾ ਯਤਨ ਕੀਤਾ, ਬੜਾ ਹੱਠ ਧਾਰਿਆ, ਪਰ ਸਤਿਗੁਰਾਂ ਦੇ ਡੇਰੇ ਦੇ ਕੋਲ ਠਹਿਰਿਆ ਨਾ ਜਾਵੇ। ਕੋਸ ਕੋਸ ਲਗ ਚਹੁ ਦਿਸ਼ ਜਾਰਤ, ਇਸ ਤਰ੍ਹਾਂ ਕੋਸ ਕੋਸ ਤੱਕ ਚਾਰ ਚਫੇਰੇ ਇਹ ਸੜਦੇ ਬਲਦੇ ਤੜਫਦੇ ਬੁੜਕ ਬੁੜਕ ਕੇ ਡਿੱਗਦੇ। ਤਜ ਧੀਰਜ ਕੋ ਗਏ ਪਲਾਈ, ਸਾਰਾ ਧੀਰਜ ਤਿਆਗ ਕੇ ਤੇ ਪਿੱਛੇ ਭੱਜ ਗਏ ਹਨ ਦੂਰ। ਜਹ ਗੋਰਖ ਜੋਤ ਸਿੱਧ ਸਮੁਦਾਈ, ਜਿੱਤੇ ਗੋਰਖ ਤੇ ਮੰਗਲਨਾਥ ਵਰਗੇ ਤੇ ਬਾਕੀ ਸਿੱਧ ਬੈਠੇ ਸਨ। ਦੋਹਰਾ ਭਾਜ ਗਏ ਤਜ ਲਾਜ ਕੋ ਸਿੱਧ ਸਮਾਜ ਮਝਾਰ, ਇਹ ਫਿਰ ਭੱਜ ਗਏ, ਦੌੜ ਗਏ, ਇਹ ਸ਼ਰਮ ਤਿਆਗ ਕੇ ਵੀ ਸਾਡੀ ਬੇਇੱਜ਼ਤੀ ਹੋਵੇਗੀ, ਅਣਖ ਗੈਰਤ ਤਿਆਗ ਕੇ ਭਗੌੜੇ ਹੋ ਗਏ। ਮੰਗਲਨਾਥ ਵਾਹਿਗੁਰੂ ਜਿਹੜੇ ਇਹ
ਸਿੱਧ ਗਰਮ ਆਏ ਸਾਨਾ ਭੰਗਰਨਾਥ ਇਤਿਆਦਿਕ। ਜਾਨੀ ਗੋਰਖ ਬਾਰਤਾ ਬੋਲਿਓ ਕੁਛ ਰਿਸ ਧਾਰ। ਅੱਗੋਂ ਗੋਰਖਨਾਥ ਨੇ ਪੁੱਛਿਆ, ਹਾਂ ਭਾਈ ਕਿਵੇਂ ਹੋ? ਗੁਰੂ ਨੂੰ ਭਜਾ ਕੇ ਆ ਗਏ ਹੋ? ਤਾਂ ਇਹਨਾਂ ਨੂੰ ਬੜਾ ਕ੍ਰੋਧ ਆ ਗਿਆ। ਚੌਪਾਈ ਸੁਣ ਭੰਗਰ ਤੈਂ ਲਾਜ ਬਿਸਾਰੀ। ਤਾਂ ਮੰਗਲਨਾਥ ਇਤਿਆਦਿਕ ਕਹਿ ਲਗੇ, ਸੋਹਣੇ ਭੰਗਰਨਾਥ ਤੂੰ ਤੇ ਸ਼ਰਮ ਲਾ ਛੱਡੀ ਹੈ। ਬਨ ਬਨ ਬੈਠਤ ਬੜ ਹੰਕਾਰੀ। ਬਹੁਤਾ ਵੱਡਾ ਹੰਕਾਰੀ ਬਣਦਾ ਸੀ ਨਾ, ਤੇਰੇ ਸਿਰ ਚੜ ਕੇ ਹੰਕਾਰ ਬੋਲਦਾ ਸੀ ਆਪਣੀਆਂ ਰਿੱਧੀਆਂ ਸਿੱਧੀਆਂ ਦਾ, ਸ਼ਕਤੀਆਂ ਕਰਾਮਾਤਾਂ ਇਤਿਆਦਿਕ ਦਾ। ਸ਼੍ਰੀ ਨਾਨਕ ਕੀ ਪ੍ਰਥਮ ਖਰਾਵਾਂ। ਧੰਨ ਗੁਰੂ ਨਾਨਕ ਦੇਵ ਜੀ ਦੀ ਖੜਾਂ ਵੀ ਤੈਨੂੰ ਵੱਜੀ ਸੀ, ਉਦੋਂ ਵੀ ਤੇਰਾ ਐਸਾ ਹੀ ਹਾਲ ਹੋਇਆ ਸੀ। ਬੇਮਰਜ਼ਾਦ ਕਰਹਿ ਅਬ ਕੋਈ। ਤੇ ਬੇਮਰਜ਼ਾਦਗੀ ਕੀਤੀ ਉਦੋਂ ਵੀ ਤੇ ਹੁਣ ਵੀ, ਤੇ ਜੇ ਕੋਈ ਹੁਣ ਵੀ ਬੇਮਰਜ਼ਾਦਗੀ ਕਰਨੀ ਚਾਹੇਗਾ, ਸਿੱਧ ਮੰਡਲ ਤੇ ਨਿਕਸ ਹੈ ਸੋਈ। ਉਹਨੂੰ ਸਿੱਧ ਮੰਡਲੀ ਚੋਂ ਬਾਹਰ ਕੱਢ ਦੇਣਾ ਜਿਹੜਾ ਹੁਣ ਸਾਡੀ ਬੇਇੱਜ਼ਤੀ ਕਰਵਾਵੇਗਾ। ਸਭ ਸਿੱਧ ਭੰਗਰ ਕੀ ਦਿਸ਼ ਦੇਖ। ਸਾਰੇ ਸਿੱਧ ਭੰਗਰਨਾਥ ਦੀ ਦਿਸ਼ਾ ਵੱਲ ਵੇਖਣ ਲੱਗੇ। ਹਸਹਿ ਲਖਹਿ ਮਤ ਮੰਦ ਬਸ਼ੇਖ। ਸਾਰੇ ਕਹਿੰਦੇ ਨੇ ਬੜੀ ਖੋਟੀ ਮੱਤ ਵਾਲਾ, ਭੈੜੀ ਮੱਤ ਵਾਲਾ ਹੈ, ਇਹਨੂੰ ਤੇ ਅਕਲ ਹੀ ਨਹੀਂ ਹੈ, ਇਹਨੂੰ ਤੇ ਸਮਝ ਸੋਝੀ ਹੀ ਕੋਈ ਨਹੀਂ ਹੈ। ਬੈਠ ਰਹਿਓ ਕਰ ਕੇ ਮੁਖ ਨੀਚਾ। ਇਹ ਫਿਰ ਭੰਗਰਨਾਥ ਸਿਰ ਨੀਵਾਂ ਜਿਹਾ ਕਰਕੇ ਸ਼ਰਮਿੰਦਾ ਹੋ ਕੇ ਬਹਿ ਗਿਆ। ਮਨਹੁ ਸੈਂਕੜੇ ਘਾਟ ਜਲ ਸਿੰਚਾ। ਮਾਨੋ ਕਿ ਸੈਂਕੜੇ ਸੈਂਕੜੇ ਜਿਹੜਾ ਉਹ ਜਲ ਹੈ ਉਹ ਘੜਿਆਂ ਦੇ ਘੜੇ ਡੋਲ ਦਿੱਤਾ ਹੋਵੇ, ਸੈਂਕੜੇ ਘੜੇ ਇਹਦੇ ਤੇ ਪਾ ਦਿੱਤੇ ਹੋਣ। ਇਸ ਤਰ੍ਹਾਂ ਸੁਣ ਗੋਰਖ ਤੇ ਸਿੱਧਣ ਮਾਨੀ। ਗੋਰਖਨਾਥ ਦੀ ਗੱਲ ਸੁਣ ਕੇ ਸਾਰੇ ਸਿੱਧਾਂ ਨੇ ਮੰਨ ਲਈ। ਬਹੁਰ ਨ ਬਿਦਤ ਭਏ ਕਿਸ ਥਾਨੀ। ਫੇਰ ਕੋਈ ਦੂਜਾ ਸਤਿਗੁਰਾਂ ਦੇ ਨਾਲ ਝਗੜਾ ਕਰਨ ਨਾ ਗਿਆ। ਟਿਕੇ ਜਾਏ ਕਰ ਸਰਬ ਸੁਮੇਰ। ਉਹ ਤੋਂ ਹੀ ਸਾਰਾ ਆਪਣਾ ਸੋ ਸਮਾਨ ਇਕੱਤਰ ਕੀਤਾ ਹੈ, ਬੈਰਾਗਣ ਕੁਪੀਨ ਤੇ ਸਾਧ ਸੰਗਤ ਜੀ ਬਾਕੀ ਜੋ ਕੁਝ ਸੀ, ਤੇ ਕਹਿੰਦੇ ਚਲੋ ਸੁਮੇਰ ਪਰਬਤ ਨੂੰ ਚਲੇ ਜਾਈਏ ਹੁਣ। ਕਰਹਿ ਜੋਗ ਕੋ ਬੈਸ ਬਡੇਰ। ਤੇ ਜੋਗ ਸਾਧਨਾ ਦੇ ਨਾਲ ਹੁਣ ਆਪਣੀਆਂ ਉਮਰਾਂ ਵਧਾ ਲਈਏ। ਸਭ ਉਤਪਾਤ ਵਿਸਾਲ ਬਿਲੋਕੇ। ਇਹ ਸਾਰਾ ਝਗੜਾ ਤੇ ਲੜਾਈ ਇਤਿਆਦਿਕ ਵੇਖ ਲਈ ਹੈ ਅੱਖੀਂ, ਅਸੀਂ ਜਿੱਤ ਨਹੀਂ ਸਕਦੇ ਗੁਰੂ ਨਾਲ ਮੱਥਾ ਲਾ ਕੇ। ਆਪਨ ਤੇਜ ਤੇ ਸ਼੍ਰੀ ਗੁਰ ਰੋਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣੇ ਤੇਜ ਪ੍ਰਤਾਪ ਦੇ ਨਾਲ ਰੋਕ ਦਿੱਤਾ। ਇਹਨਾਂ ਦੀਆਂ ਕਰਾਮਾਤਾਂ, ਇਹਨਾਂ ਦੀਆਂ ਸ਼ਕਤੀਆਂ ਸਭ ਛੀਨ ਹੋ ਗਈਆਂ, ਸਭ ਅੰਦਰੋਂ ਸ਼ਕਤੀ ਮੁੱਕ ਗਈ। ਸੁਬਟ ਜੇ ਸਿੱਖ ਸਾਧ ਅਲਮਸਤ। ਸਾਧ ਸੰਗਤ ਜੀ ਇਧਰ ਜਿਹੜਾ ਬਾਬਾ ਅਲਮਸਤ ਜੀ ਸਤਿਗੁਰਾਂ ਦਾ ਪਿਆਰਾ ਗੁਰਮਤੀਆ ਸਾਧ, ਸਿੱਧ ਭਾਗੇ ਪੇਖ ਹਰਖ ਸਮਸਤ। ਜਦੋਂ ਵੇਖਿਆ ਸਿੱਧ ਭੱਜ ਗਏ ਨੇ, ਬੜਾ ਪ੍ਰਸੰਨ, ਬੜਾ ਹੀ ਖੁਸ਼ ਹੋਇਆ। ਵੇਖਿਆ ਭੱਜ ਗਏ, ਦੌੜ ਗਏ ਸਾਰੇ ਬੇਈਮਾਨ। ਸ਼੍ਰੀ ਮੁਖ ਤੇ ਸਭ ਹੂਨ ਸੁਨਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਸਾਰੀ ਵਾਰਤਾ ਸੁਣਾਈ ਹੈ। ਭਇਓ ਬਿਗਨ ਹਮ ਸਕਲ ਮਿਟਾਇਓ। ਲੈ ਭਾਈ ਤੇਰੇ ਸਾਰੇ ਬਿਗਨ ਮਿਟਾ ਦਿੱਤੇ ਨੇ ਭਾਈ ਅਲਮਸਤ। ਅਬ ਤੇ ਆਗੇ ਹੋਵੇ ਨਾ ਕੋਈ। ਇਸ ਤੋਂ ਅੱਗੇ ਬਾਅਦ ਵਿੱਚ ਕੋਈ ਤੈਨੂੰ ਨਹੀਂ ਸਤਾਵੇਗਾ। ਨਹਿ ਆਵਹਿ ਕਾਬ ਕੋ ਸਿੱਧ ਜੋਈ। ਇਹ ਇਸ ਕਰਕੇ ਭਾਈ ਕੋਈ ਸਿੱਧ ਕੋਈ ਨਾਥ ਇੱਥੇ ਨਹੀਂ ਆਉਂਦਾ। ਹੁਣ ਇਹ ਸ੍ਰੀ ਨਾਨਕ ਮੱਤਾ ਹੈ, ਹੁਣ ਗੋਰਖ ਮੱਤਾ ਇਹਦਾ ਨਾਮ ਨਹੀਂ, ਤੇ ਨਾ ਹੀ ਗੋਰਖ ਮੱਤੇ ਵਾਲਾ ਇਹ ਤੇ ਕੋਈ ਚਿਹਨ ਹੈ। ਭਇਓ ਅਚਲ ਸ਼੍ਰੀ ਨਾਨਕ ਮਤਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਸਥਾਨ ਹੈ, ਅਚਲ ਅਸਥਾਨ ਹੈ ਨਾਨਕ ਮੱਤਾ। ਵਿਗਨ ਭਵਿਖਿਅਤ ਕੇ ਸਭ ਹਤਾ। ਭਵਿੱਖ ਦੇ ਸਾਰੇ ਵਿਗਨ ਇੱਕੇ ਵਾਰ ਹੀ ਦੂਰ ਕਰ ਦਿੱਤੇ ਨੇ, ਮੁੜ ਕੇ ਇਹ ਤੇ ਵਿਗਨ ਨਹੀਂ ਕੋਈ ਪਾਵੇਗਾ। ਸੁਣਤ ਆਨੰਦ ਭਏ ਸਿੱਖ ਸਾਰੇ। ਇਹ ਸੁਣ ਕੇ ਕੇਵਲ ਭਾਈ ਅਲਮਸਤੀ ਨਹੀਂ, ਬਾਕੀ ਦੇ ਗੁਰੂ ਕੇ ਸਿੱਖ ਵੀ ਪ੍ਰਸੰਨ ਹੋਏ। ਸਦਾ ਗੁਰੂ ਕੀ ਵਿਜੈ ਉਚਾਰੇ। ਔਰ ਇਹ ਉੱਚੀ ਉੱਚੀ ਪੁਕਾਰਨ ਲੱਗਾ, ਸਤਿਗੁਰੂ ਜੀ ਦੀ ਜੈ ਹੋਵੇ,
ਸਤਿਗੁਰਾਂ ਦੀ ਸਦਾ ਸਦਾ ਜੈ ਹੋਵੇ। ਤਿਸ ਦਿਨ ਸਤਿਗੁਰ ਡੇਰੇ ਮਾਹੇ। ਇਸ ਤਰ੍ਹਾਂ ਸਤਿਗੁਰੂ ਜੀ ਇਤੇ ਡੇਰੇ ਦੇ ਵਿੱਚ ਜਿੱਤੇ ਮਹਾਰਾਜ ਨੇ ਪੜਾਅ ਕੀਤਾ ਹੋਇਆ ਹੈ, ਫਿਰੇ ਰਹੇ ਕਿਤ ਗਮਨੇ ਨਾਹੇ। ਇਤੇ ਵਿਰਾਜਮਾਨ ਹੋਏ ਰਹੇ, ਇਧਰ ਉਧਰ ਕਿਤੇ ਨਹੀਂ ਗਏ। ਪੰਚਾਮ੍ਰਿਤ ਘਣੋ ਕਰਵਾਇਓ। ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਵਾਹ ਵਾਹ ਕਰਵਾਈ ਹੈ। ਇਹ ਬੜੀ ਖੁਸ਼ੀ ਬੜੇ ਆਨੰਦ ਵਿੱਚ ਨਾਰਗਨ ਮਿਲੇ ਸਭਨ ਵਰਤਾਇਓ। ਇਸ ਤਰ੍ਹਾਂ ਸਾਧ ਸੰਗਤ ਜੀ ਨਰਗਨ ਸਾਰੇ ਮਿਲੇ ਨੇ ਤੇ ਸਾਰਿਆਂ ਨੇ ਰਲ ਮਿਲ ਕੇ ਇਹ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਹੈ, ਛਕੀ ਹੈ। ਸੋਨਕਾਰ ਪੇਖਕਾਰ ਗੁਰ ਆਗਵਨੂ। ਸਤਿਗੁਰਾਂ ਦਾ ਆਉਣਾ ਸੁਣ ਕੇ ਬਾਵਾ ਹੀ ਸੰਗਤ ਪਹੁੰਚ ਗਈ ਸੀ। ਜਿਸਪੁਰ ਗ੍ਰਾਮ ਹੁਤੋ ਸਿੱਖ ਭਵਨੂ। ਜਿਹੜੇ ਜਿਹੜੇ ਲਾਗੇ ਬੰਨੇ ਦੇ ਇਲਾਕੇ ਵਿੱਚ ਗੁਰੂ ਕੇ ਸਿੱਖ ਰਹਿੰਦੇ ਸਨ, ਪਿੰਡਾਂ ਸ਼ਹਿਰਾਂ ਵਿੱਚ ਨਰ ਨਾਰੀ ਆਨੰਦ ਬਿਲੰਦੇ। ਹਰ ਇੱਕ ਸਿੱਖ ਸਿੱਖਣੀ ਬਿਰਧ ਬਾਲਕ ਸਭ ਕੋਈ ਆਨੰਦ ਦੇ ਸਹਿਤ ਬੜੀ ਖੁਸ਼ੀ ਦੇ ਨਾਲ ਆਇਆ। ਮੇਲ ਮੇਲ ਜਹ ਕਹਿ ਭੇ ਸਿੱਖ ਬਰਿੰਦੇ। ਮਿਲ ਮਿਲ ਕੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਵਾਰਤਾ ਕਰਦੇ ਨੇ, ਬਾਤਾਂ ਕਰਦੇ ਨੇ, ਖੁਸ਼ੀਆਂ ਮਨਾਉਂਦੇ ਹਨ। ਦਰਸ਼ਨ ਹਿਤ ਉਤਲਾਵਤ ਆਏ। ਤੇ ਦਰਸ਼ਨਾਂ ਵਾਸਤੇ ਉਤਲਾਵਤ ਆਏ ਬੜੀ ਪ੍ਰਸੰਨਤਾ ਨਾਲ। ਮਨੋ ਅਮੀਸਰ ਮਹਿ ਮੋਹ ਪਾਏ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਆਉਣਾ ਮਾਨੋ ਕਿ ਇਹਨਾਂ ਨੇ ਬਹੁਤ ਭਾਰੀ ਮੀਂਹ ਪਿਆ ਹੋਵੇ, ਜਿਵੇਂ ਗਰਮੀ ਦੇ ਵਿੱਚ ਮੀਂਹ ਦਾ ਇੰਤਜ਼ਾਰ ਕਰਦੇ ਆ, ਜਿਵੇਂ ਜਿਹੜਾ ਬਬੀਹਾ ਹੈ ਉਹ ਉਡੀਕਦਾ ਹੈ, ਜਿਵੇਂ ਕਿਸੇ ਮੁਰਦੇ ਦੇ ਮੁਖ ਵਿੱਚ ਅੰਮ੍ਰਿਤ ਪਾ ਦਿੱਤਾ ਹੋਵੇ। ਜਿਨ ਕੋ ਸੁਨਤ ਦੂਰ ਤੇ ਦੂਰ। ਦੂਰ ਦੂਰ ਤੱਕ ਲੋਕਾਂ ਨੂੰ ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ। ਹਮ ਭਾਗਣ ਕਰ ਆਏ ਹਦੂਰ। ਉਹ ਵੱਡੇ ਭਾਗਾਂ ਵਾਲੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ। ਧਰ ਧਰ ਆਗੇ ਪੁੰਜ ਅਕੋਰ। ਇਤੇ ਭੇਟਾਵਾਂ ਰੱਖ ਰੱਖ ਕੇ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕਰਦੇ। ਚਰਨ ਕਮਲ ਬੰਧੇ ਕਾਰ ਜੋਰ। ਚਰਨਾਂ ਕਮਲਾਂ ਤੇ ਨਮਸਕਾਰ ਕਰਦੇ, ਬੜੀ ਪ੍ਰਸੰਨਤਾ ਸਤਿਗੁਰਾਂ ਦੀ ਲੈਂਦੇ। ਜਾਸ ਜਾਸ ਕਰਹਿ ਕਾਮਨਾ ਪਾਵਹਿ। ਜਿਵੇਂ ਜਿਵੇਂ ਮਨ ਦੀ ਕਾਮਨਾ ਸੀ ਤਿਵੇਂ ਤਿਵੇਂ ਸਤਿਗੁਰਾਂ ਦੇ ਕੋਲੋਂ ਦਾਤ ਪ੍ਰਾਪਤ ਕਰੀ ਜਾਂਦੇ। ਦਰਸ਼ਨ ਤੇ ਨਿਰਮਲ ਬਨ ਜਾਵਹਿ। ਇਸ ਤਰ੍ਹਾਂ ਦਰਸ਼ਨ ਕਰਦੇ ਤੇ ਬੜਾ ਆਨੰਦ ਲੈਂਦੇ, ਹਿਰਦੇ ਨਿਰਮਲ ਹੋ ਜਾਂਦੇ, ਮੈਲ ਕੱਟੀ ਜਾਂਦੀ ਔਰ ਮਨ ਦੇ ਮਾੜੇ ਖਿਆਲ ਸਾਰੇ ਮੁੱਕ ਜਾਂਦੇ। ਸਤਨਾਮ ਸਿਮਰਨ ਲਿਵ ਲਾਗੇ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਗੁਰਮੰਤਰ ਦੇ ਵਿੱਚ ਮਨ ਟਿਕ ਗਿਆ, ਇਕਾਗਰ ਹੋ ਗਿਆ। ਜਿਨ ਮਨ ਸੁਪਤ ਭਗਤ ਮਹਿ ਜਾਗੇ। ਇਸ ਤਰ੍ਹਾਂ ਜਿਨ੍ਹਾਂ ਦੇ ਮਨ ਸੁੱਤੇ ਪਏ ਸਨ ਉਹ ਭਗਤੀ ਵਿੱਚ ਜਾਗ ਪਏ। ਸਤਿਗੁਰੂ ਹਰਿ ਰਾਇ ਸਾਹਿਬ ਜੀ ਦੀ ਸਾਖੀ ਹੈ, ਉਪਦੇਸ਼ ਦਿੱਤਾ, ਭਾਈ ਮਨ ਸੁੱਤਾ ਪਿਆ ਹੈ, ਇਹਨੂੰ ਜਗਾਓ। ਵਾਰ ਵਾਰ ਗੁਰਬਾਣੀ ਕਹਿੰਦੀ ਹੈ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ। ਜਾਗ ਰੇ ਮਨ ਜਾਗਣ ਹਾਰੇ, ਇਹਦਾ ਮਤਲਬ ਸੁੱਤਾ ਪਿਆ ਹੈ। ਤੋ ਸਤਿਗੁਰਾਂ ਨੂੰ ਸਿੱਖਾਂ ਨੇ ਪੁੱਛ ਲਿਆ, ਮਹਾਰਾਜ ਜਾਗੇ ਤੇ ਸੁੱਤੇ ਮਨ ਦੀ ਕੋਈ ਨਿਸ਼ਾਨੀ ਪਤਾ ਕਿਵੇਂ ਲੱਗੇ, ਕਿਹਦਾ ਮਨ ਸੁੱਤਾ ਤੇ ਕਿਹਦਾ ਮਨ ਜਾਗਦਾ? ਤਾਂ ਹਜ਼ੂਰ ਨੇ ਸਾਨੂੰ ਬਹੁਤ ਆਸਾਨ ਜਿਹਾ ਤਰੀਕਾ ਦੱਸਿਆ ਇਹ ਪਤਾ ਕਰਨ ਦਾ ਵੀ ਮਨ ਜਾਗਿਆ ਕਿ ਸੁੱਤਾ ਹੈ। ਉਹ ਤਰੀਕਾ ਇਹ ਹੈ ਕਿ ਜੇ ਤਾਂ ਬਾਣੀ ਪੜ੍ਹਦਿਆਂ ਮਨ ਉਚਾਟ ਹੋਵੇ, ਨਾਮ ਜਪਦਿਆਂ ਮਨ ਉਚਾਟ ਹੋਵੇ, ਤੇ ਸੇਵਾ ਕਰਦਿਆਂ ਮਨ ਉਚਾਟ ਹੋਵੇ, ਪਰ ਉਪਕਾਰ ਕਰਦਿਆਂ ਮਨ ਜਿਹੜਾ ਹੈ ਇਹ ਇੱਧਰ ਉੱਧਰ ਦੀਆਂ ਦੌੜਾਂ ਵੱਲ ਨੂੰ ਦੌੜੇ, ਤੇ ਜੇ ਇਹ ਮਨ ਖਾਣ ਪੀਣ ਵੱਲ, ਹੱਸਣ ਸੌਣ ਵੱਲ ਤੇ ਦੁਨੀਆਦਾਰੀ ਦੀ ਮਾਇਆ ਇਤਿਆਦਿਕ ਦੇ ਵਿੱਚ ਰੁਚੀ ਰੱਖੇ, ਇਹਦਾ ਮਤਲਬ ਮਨ ਸੁੱਤਾ ਪਿਆ ਹੈ। ਤੇ ਜਿਹਦੇ ਮਨ ਦਾ ਦੁਨੀਆਦਾਰੀ ਦੀ ਮਾਇਆ ਨਾਲੋਂ ਸੋ ਮਨ ਉਚਾਟ ਹੋ ਗਿਆ, ਨਾਮ ਦੇ ਵਿੱਚੋਂ ਰਸ ਆਉਣ ਲੱਗ ਪਿਆ, ਬਾਣੀ ਪੜ੍ਹਦਿਆਂ ਆਨੰਦ ਆਉਣ ਲੱਗ ਪਿਆ, ਜਾਣ ਲਓ, ਯਕੀਨ ਕਰ ਲਓ ਕਿ ਮਨ ਜਾਗ ਪਿਆ ਹੈ, ਸੁੱਤਾ ਹੋਇਆ ਨਹੀਂ ਹੈ। ਪਾਤਸ਼ਾਹ ਜੀ ਦੇ ਬਚਨ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੈ ਔਰ ਗੁਰਬਾਣੀ। ਹਿਰਦੇ ਵਿੱਚ ਗੁਰਬਾਣੀ ਮਿੱਠੀ ਲੱਗਣ ਲੱਗ ਪਵੇ ਤਾਂ ਮਨ ਜਾਗ ਪਿਆ ਸਮਝ ਲਓ। ਭਈ ਪੀਰ ਗੁਰ ਕੇ ਚੌ ਫੇਰੇ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਪਾਸ
ਬੜੀ ਭਾਰੀ ਭੀੜ ਨਿੱਤਾ ਪ੍ਰਤੀ ਜੁੜਨ ਲੱਗ ਪਈ ਹੈ। ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰ੍ਹਾਂ ਵਾਹ ਸਾਰੇ ਦਿਨ ਮਹਾਰਾਜ ਨੇ ਏਤੇ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਬਤੀਤ ਕੀਤੇ। ਸਭ ਥਲ ਕੇ ਸਿੱਖ ਮੁਖ ਬੁਲਾਏ। ਸਾਰਿਆਂ ਅਸਥਾਨਾਂ ਦੇ ਆਸ-ਪਾਸ ਤੇ ਸਿੱਖਾਂ ਨੂੰ ਏਤੇ ਬੁਲਾਇਆ, ਏਤੇ ਸੱਦਿਆ, ਸਨਮਾਨ ਦਿੱਤੇ, ਉਪਦੇਸ਼ ਦਿੱਤਾ, ਚੜ੍ਹਦੀ ਕਲਾ ਦੇ ਵਿੱਚ ਲੈ ਆਂਦਾ। ਜਬ ਸਮੁਦਾਏ ਆਨ ਘਰ ਬੈਸੇ। ਤੇ ਜਦੋਂ ਸਾਰੀ ਸੰਗਤ ਬਹੁਤ ਵੱਡਾ ਇਕੱਠ ਕਰਕੇ ਜੁੜੀ, ਸ਼੍ਰੀ ਹਰਿ ਗੋਬਿੰਦ ਉਚਰਿਓ ਐਸੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ। ਪ੍ਰਥਮ ਗੁਰੂ ਕੋ ਇਹ ਅਸਥਾਨ। ਸਾਧ ਸੰਗਤ ਜੀ, ਇਹ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ ਹੈ। ਦਰਸ਼ਨ ਕੋ ਫਲ ਪੁੰਨ ਮਹਾਨ। ਇਹ ਦਰਸ਼ਨਾਂ ਦਾ ਬੜਾ ਭਾਰੀ ਪੁੰਨ ਪ੍ਰਾਪਤ ਹੋਵੇਗਾ ਇਸ ਅਸਥਾਨ ਵਿਖੇ। ਅਗ ਓਗਣ ਹਰਤਾ ਉਰ ਧਰੀਆ ਹੈ। ਹਰ ਪ੍ਰਕਾਰ ਦੇ ਅਗ ਤੇ ਓਗਣ ਦੂਰ ਕਰਨ ਵਾਲਾ ਇਹ ਪਵਿੱਤਰ ਅਸਥਾਨ ਜਾਣਨਾ ਕਰੋ। ਪੁਰਬ ਦਿਵਸ ਕੇ ਮੇਲਾ ਕਰੀਆ ਹੈ। ਇਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਵੱਡਾ ਜੋੜ ਮੇਲਾ ਕਰਿਆ ਕਰੀਏ। ਸਤਿਗੁਰ ਸ਼ਬਦ ਪਠੋ ਅਰ ਸੁਣੀਆ ਹੈ। ਉਸ ਦਿਨ ਇਕੱਤਰ ਹੋ ਕੇ ਗੁਰੂ ਕੀ ਬਾਣੀ ਪੜੋ ਤੇ ਸੁਣੋ। ਕਰੋ ਕੀਰਤਨ ਨਿਰਮਲ ਬਣੀਆ ਹੈ। ਕੀਰਤਨ ਕਰੋ, ਆਪਣੇ ਹਿਰਦੇ ਨੂੰ ਨਿਰਮਲ ਕਰ ਲਵੋ। ਵਿਗਨ ਉਠਾਵੇ ਕੋ ਇਤ ਆਏ। ਸਾਰੇ ਵਿਗਨਾਂ ਨੂੰ ਦੂਰ ਕਰਨ ਲਈ ਅਸੀਂ ਅੱਜ ਇੱਥੇ ਆਏ ਹਾਂ। ਨਿਰਵਾਰ ਹੋ ਮਿਲ ਕਰ ਸਮੁਦਾਏ। ਸਾਰੀ ਸੰਗਤ ਰਲ ਮਿਲ ਕੇ ਇਕੱਤਰ ਹੋ ਕੇ ਹੁਣ ਇਸ ਸਥਾਨ ਦੀ ਸੇਵਾ ਸੰਭਾਲੋ। ਸੁਣ ਗੁਰ ਤੇ ਸਭ ਹੂਨ ਬਖਾਨੀ। ਸਾਰੀ ਸੰਗਤ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਕਹਿਣ ਲੱਗੀ, ਅਬ ਤੇ ਕਰਹਿ ਕਹੀ ਜਿਮ ਬਾਣੀ। ਮਹਾਰਾਜ ਹੁਣ ਅਸੀਂ ਇੱਥੇ ਯਾਦਗਾਰ ਬਣਾਵਾਂਗੇ, ਗੁਰ ਸਥਾਨ ਬਣਾਵਾਂਗੇ। ਇੱਥੇ ਗੁਰੂ ਕੇ ਲੰਗਰ ਸ਼ੁਰੂ ਹੋਣਗੇ ਔਰ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਕਾਸ਼ ਹੋਵੇਗਾ। ਜਿਸ ਪ੍ਰਕਾਰ ਹਮਰੋ ਕਲਿਆਣ। ਜਿਸ ਕਰਕੇ ਸਾਡਾ ਗਰੀਬਾਂ ਦਾ ਕਲਿਆਣ ਹੋ ਜਾਵੇ, ਕਿਰਪਾ ਕਰਕੇ ਨਾਮ ਬਾਣੀ ਦਾ ਛੱਟਾ ਦੇ ਜਾਓ। ਤੈਨ ਤੁਮ ਹਮ ਸੋ ਕਰਤ ਬਖਾਨ। ਇਸ ਪ੍ਰਕਾਰ ਦੇ ਬਚਨ ਬਿਲਾਸ ਗੁਰੂ ਪਿਆਰਿਆਂ ਨੇ, ਗੁਰਮੁਖਾਂ ਨੇ, ਸਤਿਗੁਰਾਂ ਦੇ ਤਾਈ ਕੀਤੇ। ਅਬ ਤੇ ਸਾਧ ਫਕੀਰੀ ਬੇਸ। ਹੁਣ ਤਾਂ ਇਹ ਜਿਹੜਾ ਬਾਬਾ ਹੈ, ਸਾਧ ਹੈ, ਫਕੀਰੀ ਵੇਸ ਦੇ ਵਿੱਚ ਰਹਿ ਇਹਾਂ ਬੋਲੇ ਜਗ ਤੇਸ਼। ਇਹ ਇਤੇ ਰਹਿ ਕੇ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਨਿਭਾਵੇਗਾ। ਕੌਣ ਅਲਮਸਤ ਸਾਧ ਕੋ ਧੀਰ। ਫੇਰ ਭਾਈ ਅਲਮਸਤ ਸਾਧੂ ਨੂੰ ਸਤਿਗੁਰਾਂ ਨੇ ਬਚਨ ਕੀਤੇ, ਧੀਰਜ ਦਿੱਤਾ। ਦੇ ਕਰ ਭਲੇ ਗੁਰੂ ਬਾਰ ਵੀਰ। ਏ ਭਾਈ ਅਲਮਸਤ, ਤੂੰ ਗੁਰੂ ਦਾ ਬੜਾ ਯੋਧਾ ਹੈ, ਬੜਾ ਸੂਰਬੀਰ ਹੈ, ਬਹਾਦਰ ਹੈ। ਆਪਣੇ ਦੇਸ਼ ਚੱਲਣ ਕੇ ਹੇਤ। ਆਪਣੇ ਦੇਸ਼ ਚੱਲਣ ਦੀ ਮਨ ਦੇ ਵਿੱਚ ਖਾਹਿਸ਼ ਸਭ ਦੀ ਹੁੰਦੀ ਹੈ। ਕਹਿਓ ਸਭਨ ਸੋ ਬਣੋ ਸੁਚੇਤ। ਤੇ ਬਾਕੀ ਸੰਗਤ ਜਿਹੜੀ ਹੈ ਸੇਵਾ ਸੰਭਾਲ ਲਵੇ ਤਾਂ ਤੂੰ ਜਾਣਾ ਹੈ, ਓਦਾਂ ਨਹੀਂ ਜਾਣਾ। ਇਸ ਥਲ ਥਿਰ ਹੋਏ ਕਰ ਅਰਦਾਸ। ਇਤੇ ਥਿਰ ਹੋ ਕੇ ਇਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਬੇਨਤੀ ਕੀਤੀ। ਅਬ ਬੰਧਨ ਚਿਤ ਧਰੇ ਹੁਲਾਸ। ਮਨ ਦੇ ਵਿੱਚ ਬੜਾ ਚਾਅ ਚੜਿਆ, ਸਤਿਗੁਰਾਂ ਦੀ ਸੇਵਾ ਸੰਭਾਲ ਪ੍ਰਾਪਤ ਹੋਈ ਦਾ ਹੈ। ਅਰੋਹ ਸਤਿਗੁਰ ਮਗ ਚਲੇ। ਇਸ ਤਰ੍ਹਾਂ ਹੈ, ਘੋੜੇ ਤੇ ਆਰੂੜ ਹੋ ਕੇ ਸ੍ਰੀ ਸਤਿਗੁਰੂ ਜੀ ਵਾਪਸ ਮਾਰਗ ਨੂੰ ਚੱਲ ਪਏ ਹਨ। ਕਰ ਕਰ ਬੰਧਨ ਨਰ ਗਨ ਮਿਲੇ। ਬਹੁਤ ਮਨੁੱਖ ਨਮਸਕਾਰਾਂ ਕਰ ਕਰਕੇ ਮਿਲੇ ਹਨ। ਸਭ ਹਿਨ ਕਹੋ ਹਰ ਖਾਏ ਸੋ ਆਛੇ। ਸਾਰਿਆਂ ਦਾ ਮਨ ਬੜਾ ਪ੍ਰਸੰਨ, ਬੜਾ ਖੁਸ਼ ਹੋਇਆ ਹੈ ਚੰਗੀ ਤਰ੍ਹਾਂ। ਪ੍ਰਸਥਾਨੇ ਕੁਛ ਸੈਨਾ ਪਾਛੇ। ਤਾਂ ਕੁਝ ਸੈਨਾ, ਕੁਝ ਫੌਜ ਨਾਲ ਲੈ ਕੇ ਫਿਰ ਸਤਿਗੁਰੂ ਜੀ ਵਾਪਸ ਮੁੜ ਪਏ ਹਨ। ਕ੍ਰਮ ਕ੍ਰਮ ਕਰ ਮਾਗੋ ਲੰਘਣ ਕਰਿਓ। ਕ੍ਰਮ ਕ੍ਰਮ ਕਰਕੇ ਹੌਲੀ ਹੌਲੀ ਇਸ ਤਰ੍ਹਾਂ ਮਾਰਗ ਨੂੰ ਸਾਧ ਸੰਗਤ ਜੀ ਉਲੰਘਦੇ ਹੋਏ ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਜੀ ਅੱਗੇ ਆਏ ਹਨ। ਪਰੇ ਪਾਰ ਗੁਰ ਸੈਣ ਸਮੇਤਾ। ਜਮਨਾ ਦਰਿਆ ਨੂੰ ਮੇਰੇ ਸਤਿਗੁਰਾਂ ਨੇ ਪਹਿਲਾਂ ਗੰਗਾ ਨੂੰ ਫਿਰ ਜਮਨਾ ਨੂੰ ਪਾਰ ਕਰ ਲਿਆ ਸੈਨਾ ਦੇ ਸਮੇਤ। ਆਗੇ ਗਮਨੇ ਹੋਏ ਸੁਚੇਤਾ। ਅੱਗੇ ਫਿਰ ਸੁਚੇਤ ਹੋ ਕੇ ਪਾਤਸ਼ਾਹ ਜੀ ਜੋ ਇਹ ਦਿੱਲੀ ਦਾ ਇਲਾਕਾ ਲੰਘ ਆਏ ਨੇ
ਤੇ ਸੁਚੇਤ ਹੋ ਕੇ ਅੱਗੇ ਫਿਰ ਪ੍ਰਸਥਾਨ ਕੀਤਾ। ਪ੍ਰਾਪਤ ਭਏ ਥੁਨੇਸਰ ਆਏ। ਫਿਰ ਥਾਨੇਸਰ ਆ ਗਏ ਸਾਧ ਸੰਗਤ ਜੀ, ਜੋ ਹਰਿਆਣੇ ਵਿੱਚ ਥਾਨੇਸਰ। ਇੱਥੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਗਏ। ਡੇਰਾ ਕਰਿਓ ਤੁਰੰਗ ਲਗਾਏ। ਇੱਥੇ ਘੋੜੇ ਬੰਨ ਦਿੱਤੇ ਤੇ ਡੇਰਾ ਕਰ ਲਿਆ ਇੱਕ ਪਾਸੇ। ਵੱਡੇ ਤਾਲ ਮਹਿ ਕੀਨ ਇਸ਼ਨਾਨਾ। ਇੱਥੇ ਬਹੁਤ ਵੱਡਾ ਤਾਲ ਸਰੋਵਰ, ਇੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ। ਓਨ ਗਮਨੇ ਗੁਰ ਨਾਨਕ ਥਾਨਾ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਤੇ ਪੜਾਅ ਕੀਤਾ ਸੀ ਨਾ ਥਾਨੇਸਰ, ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਾ ਕੇ ਦਰਸ਼ਨ ਕੀਤੇ, ਮੱਥਾ ਟੇਕਿਆ। ਦਰਸ਼ਨ ਕਰਿਓ ਪ੍ਰਸਾਦ ਵਰਤਾਇਓ। ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਅਰਦਾਸਾ ਸੋਧ ਕੇ ਇੱਥੇ ਇਸ ਤਰ੍ਹਾਂ ਮੇਰੇ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਵਿਖੇ ਇਹ ਸਾਰਾ ਸਮਾਗਮ ਰਚਿਆ। ਹਰਖਤ ਸਭ ਸਿੱਖਣ ਲੇ ਖਾਇਓ। ਤਾਂ ਸਾਰਿਆਂ ਸਿੱਖਾਂ ਨੇ, ਸਾਰੀ ਸੰਗਤ ਨੇ ਦੇਗ ਲੈ ਕੇ ਛਕੀ। ਦਾਸਨ ਬੂਝਿਓ ਥਾਨ ਪ੍ਰਸੰਗ। ਦਾਸਾਂ ਨੂੰ ਪੁੱਛਿਆ ਇਸ ਸਥਾਨ ਦਾ ਪ੍ਰਸੰਗ ਦੱਸੋ ਭਾਈ। ਗੁਰੂ ਸੁਨਾਇਓ ਸਭ ਕੇ ਸੰਗ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਅੰਤਰਜਾਮੀ ਹੋ, ਕਿਰਪਾ ਕਰਕੇ ਆਪ ਹੀ ਸਾਰੀ ਵਾਰਤਾ ਸੁਣਾਉਣੀ ਕਰੋ। ਸੂਰਜ ਪਰਬ ਇਹਾਂ ਗੁਰ ਆਏ। ਜਦੋਂ ਸੂਰਜ ਗ੍ਰਹਿਣ ਲੱਗਾ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਇਸ ਅਸਥਾਨ ਵਿਖੇ ਆਏ। ਸੰਨਿਆਸੀ ਦੇ ਜਮੇਲ ਸਮੁਦਾਏ। ਸੰਨਿਆਸੀ ਤੇ ਪੰਡਤ ਇਤਿਆਦਿਕ ਸਾਰੇ ਰਲ ਮਿਲ ਕੇ ਆਏ ਹਨ। ਮਨ ਮਲੀਨ ਸਭ ਕੇ ਗੁਰ ਜਾਣੇ। ਜਿਨ੍ਹਾਂ ਦੇ ਮਨ ਦੇ ਅੰਦਰ ਮਾਇਆ 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 ਸੀ ਤੇ ਬਾਹਰ ਲੋਕਾਂ ਦੇ ਸਾਹਮਣੇ ਰਾਮ ਰਾਮ ਸੀ। ਸਾਧ ਸੰਗਤ ਜੀ, ਇਹ ਉਪਦੇਸ਼ ਸਾਡੇ ਤਾਈਂ ਵੀ ਹੈ ਕਿ ਬਾਹਰ ਤਾਂ ਰਸਨਾ ਤੇ ਵੇਖਣ ਨੂੰ ਵਾਹਿਗੁਰੂ 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 ਨਜ਼ਰ ਆਵੇ ਤੇ ਸੁਣਾਈ ਵੀ ਦਵੇ, ਪਰ ਖਿਮਾ ਕਰਨਾ ਅੰਦਰ ਮਾਇਆ 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 ਹੀ ਚੱਲਦਾ ਪਿਆ ਹੋਵੇ, ਇਹ ਨਾ ਹੋਵੇ ਕਿਤੇ। ਇਸ ਤਰ੍ਹਾਂ ਉਹਨਾਂ ਪੰਡਤਾਂ ਦੇ ਮਨ ਬੜੇ ਮਲੀਨ ਸਨ, ਮਾਇਆ ਬਾਰੇ ਸੋਚਦੇ ਰਹਿੰਦੇ ਸੀ ਸਦਾ। ਵਹਿਰ ਵੇਖ ਕੂਰੇ ਤਨ ਠਾਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਦੇ ਬਾਹਰਲੇ ਭੇਖ ਵੇਖੇ ਗਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ। ਐਸਾ ਜਦੋਂ ਹਾਲ ਇਹਨਾਂ ਦਾ ਵੇਖਿਆ, ਕਰ ਚਰਚਾ ਸਭ ਕੋ ਮਗ ਪਾਇਓ। ਇਹਨਾਂ ਦੇ ਨਾਲ ਮੇਰੇ ਸਤਿਗੁਰੂ ਜੀ ਨੇ ਚਰਚਾ ਕੀਤੀ, ਗਿਆਨ ਗੋਸ਼ਟ ਕੀਤੀ। ਤਾਂ ਗਿਆਨ ਗੋਸ਼ਟ ਦੇ ਵਿੱਚ ਇਹ ਸਾਰੇ ਪੰਡਿਤ ਜਿਹੜੇ ਸੀਗੇ, ਬਾਹਰੋਂ ਤਾਂ ਮੁਖ ਤੇ ਪੜਤਾ ਟੀਕਾ ਸਾਹਿਤ, ਬਾਹਰੋਂ ਤਾਂ ਨਾਲੇ ਸੰਸਕ੍ਰਿਤ ਪੜ੍ਹਦੇ ਤੇ ਨਾਲੇ ਉਹਦੇ ਅਰਥ ਲੋਕਾਂ ਨੂੰ ਕਰ ਕਰਕੇ ਸੁਣਾਉਂਦੇ। ਗਾਇਤਰੀ ਮੰਤਰ, ਸੰਧਿਆ, ਤਰਪਣ ਇਤਿਆਦਿ ਕਿਰਿਆਵਾਂ ਕਰਦੇ। ਪਰ ਸਾਧ ਸੰਗਤ ਜੀ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਅੰਦਰ ਨਾ ਪਰਮੇਸ਼ਰ ਦਾ ਨਾਮ ਹੈ ਤੇ ਨਾ ਹੀ ਆਪਣੀ ਦਸੀ ਰਹਿਤ ਹੀ ਆਪ ਕਮਾਉਂਦੇ ਨੇ। ਲੋਕਾਂ ਨੂੰ ਦੱਸਦੇ ਨੇ ਏਦਾਂ ਕਰੋ, ਆਪ ਨਹੀਂ ਕਰਦੇ। ਏਦਾਂ ਦਾ ਹਾਲ ਹੈ। ਗੁਰ ਸਿੱਖੀ ਜਗ ਮਹਿ ਵਿਦਤਾਇਆ। ਸਤਿਗੁਰਾਂ ਨੇ ਗੁਰ ਸਿੱਖੀ ਦਾ ਮਾਰਗ ਜਗਤ ਦੇ ਵਿੱਚ ਵਿਦਤਾਇਆ। ਜਗਤ ਦੇ ਵਿੱਚ ਸਿੱਖੀ ਦੇ ਮਾਰਗ ਨੂੰ ਸਾਧ ਸੰਗਤ ਜੀ ਮੇਰੇ ਹਜੂਰ ਨੇ ਸੋ ਸਪਰੈਡ ਕੀਤਾ, ਵਿਸਤ੍ਰਿਤ ਕੀਤਾ। ਇਕੱਠੇ ਭਏ ਬਿਦੁਖਣ ਬਿਲੋਕ। ਬਹੁਤ ਵੱਡੀ ਭੀੜ ਜਮਾ ਹੋ ਗਈ, ਹਜ਼ਾਰਾਂ ਲੋਕ ਇਕੱਠੇ ਹੋ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ। ਸ਼੍ਰੀ ਨਾਨਕ ਤਬ ਕੀਨ ਸ਼ਲੋਕ। ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਬਾਣੀ ਉਚਾਰੀ ਤੇ ਉਪਦੇਸ਼ ਦਿੱਤਾ। ਕਰਹਿ ਤਰਕ ਨਾ ਜੋ ਪੇਖ ਮਾਸ। ਸਾਧ ਸੰਗਤ ਜੀ, ਇਸੇ ਅਸਥਾਨ ਵਿਖੇ ਹੀ ਇੱਕ ਤਾਂ ਉਹ ਵੀ ਘਟਨਾ ਆਪਾਂ ਪੜ੍ਹਦੇ ਆ ਨਾ, ਉਹ ਵੈਸੇ ਗੁਰਮੁਖ ਪਿਆਰਿਓ ਕੁਰੂਕਸ਼ੇਤਰ ਦੀ ਹੈ, ਜਿੱਤੇ ਪਾਣੀ ਦਿੱਤਾ ਸੀ ਲਹਿੰਦੇ ਵੱਲ ਨੂੰ। ਤੇ ਇਸ ਅਸਥਾਨ ਵਿਖੇ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ, ਉਹ ਪਵਿੱਤਰ ਬਚਨ ਉਚਾਰਨ ਕੀਤਾ। ਇਨ ਪਰ ਕੀਨੇ ਬਾਕ ਬਿਲਾਸ। ਔਰ ਉਹਤੇ ਉਹਨਾਂ ਪੰਡਤਾਂ ਦੇ ਨਾਲ ਮੇਰੇ ਸਤਿਗੁਰਾਂ ਨੇ ਸੋ ਸਾਰੀ ਗਿਆਨ ਗੋਸ਼ਟ ਕਰਕੇ ਇਹਨਾਂ ਨੂੰ ਗੁਰਮਤਿ ਦਾ ਗਿਆਨ ਦਿੱਤਾ ਤੇ ਸਾਰੀ ਸੰਗਤ ਨੂੰ ਜਿਹੜਾ ਹੈ
ਉਹ ਨਾਮ ਦੇ ਨਾਲ ਜੋੜਿਆ। ਸ਼੍ਰੀ ਗੁਰ ਹਰ ਗੋਬਿੰਦ ਮੁਕਾਮੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜਿੱਤੇ ਡੇਰਾ ਕੀਤਾ। ਕਿਤਕ ਦਇਓਸ ਕੀਨਸ ਬਿਸਰਾਮੂ ਕੁਝ ਕੁ ਦਿਨ ਇਸ ਸਥਾਨ ਵਿਖੇ ਵਿਸਰਾਮ ਕਰ ਲਿਆ। ਸਭ ਤੀਰਥ ਕੋ ਕਰੇ ਇਸ਼ਨਾਨ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਲੋਕ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਨ ਆਏ ਹੋਏ ਦੂਰੋਂ ਦੂਰੋਂ ਹੁਣ ਤਹਤੇ ਚਾਹਿਓ ਪ੍ਰਸਥਾਨ ਉਹਨਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀ ਧਰਾ। ਐਸਾ ਉਪਦੇਸ਼ ਦਿੱਤਾ। ਇਹ ਵੀ ਦੱਸਿਆ ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਫਿਰ ਇਹ ਤੋਂ ਅੱਗੇ ਚੱਲਣਾ ਚਾਹਿਆ। ਸਨੈ ਸਨੈ ਗਮਨੇ ਮਗ ਮਾਹੀ ਇਹ ਤੋਂ ਚੱਲ ਕੇ ਅੱਗੇ ਮੇਰੇ ਮਾਲਕ ਜੀ ਰਸਤੇ ਵਿੱਚ ਪੜਾ ਕਰਦੇ ਡੇਰੇ ਕਰਦੇ ਅੱਗੇ ਵਧੇ। ਮਿਲਹਿ ਸਿੱਖ ਸੁਣ ਆਵਤ ਪਾਹੀ ਤੇ ਜਿਹੜੇ ਗੁਰੂ ਕੇ ਸਿੱਖਾਂ ਨੂੰ ਸਤਿਗੁਰਾਂ ਦਾ ਆਉਣਾ ਪਤਾ ਲੱਗਦਾ ਨਾ ਉਹ ਦੂਰੋਂ ਦੂਰੋਂ ਚੱਲ ਕੇ ਦੌੜ ਕੇ ਆਉਂਦੇ ਦਰਸ਼ਨ ਕਰਨ ਲਈ। ਪੰਥ ਵਿਖਾਏ ਕੇਤਕ ਮੇਲ ਕਰੈ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਰਸਤੇ ਵਿੱਚ ਅਣਗਿਣਤ ਥਾਵਾਂ ਤੇ ਪਰਉਪਕਾਰ ਕੀਤਾ, ਲੋਕਾਂ ਦਾ ਭਲਾ ਕੀਤਾ, ਚਿੰਤਾਵਾਂ ਝੋਰੇ ਮੁਕਾ ਦਿੱਤੇ, ਅੰਦਰ ਖੁਸ਼ੀਆਂ ਤੇ ਖੇੜੇ ਆਨੰਦ ਬਖਸ਼ਿਸ਼ ਕੀਤਾ। ਦੌੜ ਦੌੜ ਪਾਦ ਪਰ ਸਿਰ ਤਰੈ ਭੱਜ ਭੱਜ ਕੇ ਦੌੜ ਦੌੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਲੋਕੀ। ਡੇਰਾ ਹੋਤ ਅਨਕ ਚੱਲ ਆਵੈ ਜਿੱਥੇ ਕਿਤੇ ਡੇਰਾ ਹੋ ਜਾਂਦਾ ਉੱਤੇ ਤਾਂ ਹਜ਼ਾਰਾਂ ਲੋਕ ਆ ਜਾਂਦੇ। ਅਰਪ ਅਕੋਰਨ ਸੀਸ ਨਿਵਾਵੈ ਕਿੱਡੀ ਕਿੱਡੀ ਦੂਰ ਤੋਂ ਮੀਲਾਂ ਤੋਂ ਚੱਲ ਕੇ ਆਉਂਦੇ ਭੇਟਾ ਰੱਖ ਕੇ ਮੱਥਾ ਟੇਕਦੇ। ਇਸ ਵੇਦ ਦਿਨ ਪ੍ਰਤ ਭੀਰ ਭਰਤ ਹੈ ਇਸ ਪ੍ਰਕਾਰ ਦਿਨ ਪ੍ਰਤੀ ਦਿਨ ਭੀੜ ਵੱਧਦੀ ਜਾਣ ਲੱਗੀ। ਮੇਲਾ ਬੜ ਗੁਰ ਨਿਕਟ ਕਰਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਉਹ ਪੰਜਾਬ ਵੱਲ ਨੂੰ ਵੱਧ ਰਹੇ ਹਨ। ਮੇਲਾ ਬੜ ਗੁਰ ਨਿਕਟ ਕਰਤ ਹੈ। ਵੱਡਾ ਮੇਲਾ ਸਤਿਗੁਰਾਂ ਦੇ ਦੁਆਲੇ ਜੁੜਦਾ ਜਾਂਦਾ ਦਿਨੋਂ ਦਿਨ। ਸਨੈ ਸਨੈ ਸਭ ਉਲੰਘਤ ਗਏ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਸਤਿਗੁਰੂ ਜੀ ਉਲੰਘ ਕੇ ਨਿਕਟ ਡਰੋਲੀ ਪਹੁੰਚਤ ਭਏ ਫਿਰ ਡਰੋਲੀ ਨਗਰ ਦੇ ਵਿੱਚ ਮਹਾਰਾਜ ਜੀ ਪਹੁੰਚ ਗਏ ਨੇ ਮਾਲਵੇ ਦੀ ਧਰਤੀ ਤੇ। ਪਰਖਤ ਸਗਨੋ ਸਕਲ ਪਰਿਵਾਰ ਸਾਧ ਸੰਗਤ ਜੀ ਸਾਰਾ ਪਰਿਵਾਰ ਬੜਾ ਪ੍ਰਸੰਨ ਹੋਇਆ। ਸਤਿਗੁਰੂ ਜੀ ਦਾ ਇੱਥੇ ਆਉਣਾ ਵੇਖ ਕੇ ਸਭ ਨੂੰ ਬੜਾ ਆਨੰਦ ਆਇਆ। ਕਰਤ ਪ੍ਰਤੀਖਣ ਪ੍ਰੇਮ ਉਦਾਰ ਪ੍ਰਤੀਖਣਾ ਕਰਦੇ ਪਏ ਸਨ ਜਿਹੜੇ ਬਹੁਤ ਪ੍ਰੇਮ ਦੇ ਨਾਲ ਲਗਾਤਾਰ ਲੰਮੇ ਸਮੇਂ ਤੋਂ ਬੋਲਤ ਕਾਕ ਉਡਾਵਣ ਕਰੈ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਓ ਤੇ ਸਾਨੂੰ ਦਰਸ਼ਨ ਦਿਓ। ਸਾਧ ਸੰਗਤ ਜੀ ਜਿਵੇਂ ਬਚਨ ਆਏ ਨਾ ਕਿ ਕਾਂਗ ਉਡਾਵਤ ਭੁਜਾ ਬੇਰਾਨੀ, ਜਿਹੜੀ ਹੈ ਕਾਵਾਂ ਨੂੰ ਉਡਾਉਂਦਿਆਂ ਉਡਾਉਂਦਿਆਂ ਬਾਂਹ ਤੱਕ ਗਈ ਹੈ। ਤੇ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਬੈਰਾਗ ਦੇ ਵਿੱਚ ਮਾਨੋ ਕਿ ਗੁਰਮੁਖ ਪਿਆਰੇ ਭਾਈ ਸਾਈਂ ਦਾਸ ਜੀ ਔਰ ਬੀਬੀ ਰਾਮੋ ਜੀ ਇਹ ਦੋਵੇਂ ਹੀ ਬਹੁਤ ਉਡੀਕਦੇ ਹੋਏ ਬੜੇ ਚਾਅ ਦੇ ਨਾਲ ਰੋਜ਼ ਸਤਿਗੁਰਾਂ ਨੂੰ ਪੁਕਾਰਦੇ ਭਾਵੇਂ ਦੁਨਿਆਵੀ ਰੂਪ ਵਿੱਚ ਆਪਾਂ ਕਹਿ ਲਵਾਂਗੇ ਥੱਕ ਗਏ ਪਰ ਅੰਦਰ ਬੜਾ ਚਾਅ ਚੜਿਆ ਹੋਇਆ। ਗੁਰ ਆਵਹਿ ਇਮ ਬਾਕ ਉਚਰੈ ਇੱਕੋ ਹੀ ਮਨ ਦੀ ਮੁਰਾਦ ਹੈ ਸਤਿਗੁਰੂ ਛੇਤੀ ਆ ਜਾਣ। ਗੰਗਾ ਹਿਰਦੇ ਸਨੇਹ ਅਸ਼ੇਹ ਮਾਤਾ ਗੰਗਾ ਜੀ ਆਪਣੇ ਹਿਰਦੇ ਵਿੱਚ ਬਹੁਤਾ ਪ੍ਰੇਮ ਕਰਦੇ, ਬਹੁਤ ਚਾਅ ਚੜਿਆ। ਸੁਤ ਦਰਸ਼ਨ ਕੋ ਬਾਂਸ਼ਤ ਗ੍ਰੇਹ ਆਪਣੇ ਪੁੱਤਰ ਦੇ ਦਰਸ਼ਨ ਕਰਨ ਵਾਸਤੇ ਮਾਤਾ ਜੀ ਬਹੁਤ ਪ੍ਰਸੰਨ ਹੋਏ। ਦੋਹਰਾ ਗੁਰ ਕਰਣੀ ਦਾ ਮੋਦਰੀ ਦੁਤੀਏ ਨਾਨਕੀ ਜਾਨ। ਇੱਕ ਤਾਂ ਮਾਤਾ ਦਮੋਦਰੀ ਜੀ, ਦੂਜੇ ਗੁਰੂ ਕੇ ਮਹਿਲ ਮਾਤਾ ਨਾਨਕੀ ਜੀ। ਚਿਤਵਤ ਗੁਰ ਆਗਵਨ ਕੋ ਕਰ ਕਰ ਪ੍ਰੀਤ ਮਹਾਨ। ਉਹ ਵੀ ਸਤਿਗੁਰਾਂ ਦਾ ਆਉਣਾ ਸੁਣ ਕੇ ਬਹੁਤ ਪ੍ਰੇਮ ਦੇ ਵਿੱਚ ਨੇ ਕਿ ਸਤਿਗੁਰੂ ਜੀ ਆਏ ਨੇ, ਬੜਾ ਚਾਅ ਚੜਿਆ। ਚੌਪਈ
ਤਿਮ ਰਾਮੋ ਅਰ ਸਾਈਂ ਦਾਸ ਬੀਬੀ ਰਾਮੋ ਜੀ ਤੇ ਇਸੇ ਤਰ੍ਹਾਂ ਭਾਈ ਸਾਈਂ ਦਾਸ ਜੀ ਕਰਹਿ ਪ੍ਰਤੀਖਣ ਆਵਣ ਆਸ। ਉਹ ਵੀ ਪ੍ਰਤੀਖਣ ਕਰਦੇ ਪਏ ਨੇ, ਉਡੀਕਦੇ ਪਏ ਨੇ ਕਿ ਕਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਆਉਣਗੇ। ਇਹ ਬੜੀ ਲੰਮੀ ਉਡੀਕ ਸੀ। ਸੁਣ ਸੁਣ ਪਿਕ ਪਿਕ ਸੌਣ ਪ੍ਰਕਾਸ਼। ਸੁਣ ਸੁਣ ਕੇ ਦਰਸ਼ਨ ਕਰਨ ਵਾਸਤੇ ਮਨ ਜਿਹੜਾ ਹੈ ਨਾ ਬਹੁਤ ਚਾਅ ਦੇ ਵਿੱਚ ਹੈ। ਛੇਤੀ ਸਤਿਗੁਰੂ ਜੀ ਆ ਜਾਣ। ਹਰਖਤ ਰਾਮੋ ਸਾਈਂ ਦਾਸ। ਭਾਈ ਸਾਈਂ ਦਾਸ ਜੀ ਬੀਬੀ ਰਾਮੋ ਜੀ ਬੜੇ ਪ੍ਰਸੰਨ ਹਨ। ਗੁਰ ਆਗਮਨ ਜਾਣ ਨਿਰਾਇਓ। ਸਤਿਗੁਰੂ ਜੀ ਦਾ ਆਉਣਾ ਜਦੋਂ ਸੁਣ ਲਿਆ, ਸਰਬ ਸਮਾਜ ਤਿਆਰ ਕਰਵਾਇਓ। ਸਤਿਗੁਰੂ ਜੀ ਨੇੜੇ ਆ ਗਏ ਨੇ ਤਾਂ ਸਾਰਾ ਸਾਧ ਸੰਗਤ ਜੀ ਸਮਾਨ ਤਿਆਰ ਕਰਵਾਇਆ। ਆਪਣੇ ਜਿਹੜੇ ਸਤ ਸੰਗੀ ਨੇ ਸਭਨਾਂ ਨੂੰ ਤਿਆਰ ਹੋਣ ਲਈ ਆਖਿਆ। ਤ੍ਰਿਣ ਆਦਿਕ ਜੇ ਚਾਹੀਏ ਆਏ। ਤੇ ਘੋੜਿਆਂ ਵਾਸਤੇ ਘਾਹ ਚਾਹੀਦਾ ਹੈ, ਦਾਣਾ ਪੱਠਾ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਵੀ ਕੋਈ ਨਾ ਕੋਈ ਵਸਤੂ ਕੀਮਤੀ ਰੱਖਣੀ ਹੈ। ਕੀਨੇ ਤਿਆਰ ਸਕਲ ਸਮੁਦਾਏ। ਸਾਰੀਆਂ ਵਸਤੂਆਂ ਤਿਆਰ ਕਰਵਾ ਲਈਆਂ। ਕਰਹਿ ਪ੍ਰਤੀਖਣ ਦਿਨ ਪ੍ਰਤ ਐਸੇ। ਇਸ ਤਰ੍ਹਾਂ ਸਾਰਾ ਦਿਨ ਉਡੀਕਦੇ ਰਹੇ ਸਵੇਰ ਤੋਂ ਲੈ ਕੇ। ਗ੍ਰੀਖਮ ਮਹਿ ਬਰਹੀ ਘਨ ਜੈਸੇ। ਗਰਮੀ ਦੇ ਦਿਨ ਹਨ ਤੇ ਸਾਰੀ ਗਰਮੀ ਦੇ ਦਿਨ ਵਿੱਚ ਬੈਠ ਕੇ ਉਡੀਕਦੇ ਨੇ। ਪਰਵਾਹ ਨਹੀਂ ਕਰਦੇ ਵੀ ਗਰਮੀ ਹੈ, ਪਰਵਾਹ ਨਹੀਂ ਕਰਦੇ ਵੀ ਕਿੰਨਾ ਕੁ ਚਿਰ ਉਡੀਕਦੇ ਰਵਾਂਗੇ। ਉਹ ਸਵੇਰ ਤੋਂ ਲੈ ਕੇ ਲਗਾਤਾਰ ਉਡੀਕ ਵਿੱਚ ਹਨ। ਦੋਹਰਾ ਸ਼੍ਰੀ ਗੁਰ ਹਰ ਗੋਬਿੰਦ ਜੀ ਪ੍ਰਥਮ ਪਠਿਓ ਅਸਵਾਰ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਪਹਿਲਾਂ ਇੱਕ ਘੋੜ ਅਸਵਾਰ ਨੂੰ ਭੇਜਣਾ ਕੀਤਾ ਅੱਗੇ। ਗ੍ਰਾਮ ਡਰੋਲੀ ਸੁਧ ਦਈ ਸੁਣ ਹਰਖਿਓ ਪਰਵਾਰ। ਜਦੋਂ ਇਹ ਘੋੜ ਸਵਾਰ ਗੁਰੂ ਕੇ ਸਿੱਖ ਨੇ ਡਰੋਲੀ ਵਿੱਚ ਆ ਕੇ ਸੁਨੇਹਾ ਦੇ ਦਿੱਤਾ ਕਿ ਛੇਵੇਂ ਪਾਤਸ਼ਾਹ ਜੀ ਆ ਗਏ ਨੇ, ਨੇੜੇ ਹੀ ਪਹੁੰਚ ਗਏ ਨੇ, ਤਾਂ ਸਾਰਾ ਪਰਿਵਾਰ ਖੁਸ਼ ਹੋ ਗਿਆ। ਚੌਪਈ ਸਾਈਂ ਦਾਸ ਦਾਸ ਲੈ ਬ੍ਰਿੰਦ। ਬਾਬਾ ਜੀ ਸਾਈਂ ਦਾਸ ਜੀ ਗੁਰਮੁਖ ਪਿਆਰੇ ਆਪਣੇ ਸਤਸੰਗੀਆਂ ਗੁਰਮੁਖਾਂ ਨੂੰ ਨਾਲ ਲੈ ਕਰਕੇ ਸੁਣ ਸਨਮਾਨਨ ਹੇਤ ਬਿਲੰਦ। ਸਤਿਗੁਰੂ ਜੀ ਦਾ ਮਾਨ ਸਨਮਾਨ ਕਰਨ ਵਾਸਤੇ ਤਿਆਰੀ ਕਰਨ ਲੱਗੇ। 100 ਗ੍ਰਾਮ ਤੇ ਵਧਿਓ ਪ੍ਰਮੋਦ। ਬੜਾ ਹਿਰਦੇ ਦੇ ਵਿੱਚ ਪ੍ਰਮੋਦ ਆਨੰਦ ਵਧਿਆ ਹੈ, ਬੜਾ ਚਾਅ ਉਛਾਲੇ ਮਾਰਦਾ ਹੈ। ਪੂਰਨ ਗਮਨਿਓ ਸਤਿਗੁਰ ਕੋਦ। ਫਿਰ ਸਤਿਗੁਰਾਂ ਵੱਲ ਚੱਲ ਪਏ ਨੇ ਕਿ ਸੱਚੇ ਪਾਤਸ਼ਾਹ ਜੀ ਨੂੰ ਦੂਰੋਂ ਲੈ ਕੇ ਆਈਏ। ਸੁੰਦਰ ਮੰਦਰ ਵਿਖਾਏ ਪਰਿਅੰਕ। ਬਹੁਤ ਸੋਹਣਾ ਸੁੰਦਰ ਘਰ ਬਣਾਇਆ ਹੋਇਆ ਸੀ ਭਾਈ ਸਾਈਂ ਦਾਸ ਜੀ ਨੇ, ਬੀਬੀ ਰਾਮੋ ਜੀ। ਉਹ ਘਰ ਬੜਾ ਸੋਹਣਾ ਬਣਿਆ ਤੇ ਇਹਨਾਂ ਨੇ ਮਨ ਵਿੱਚ ਧਾਰਿਆ ਸਤਿਗੁਰੂ ਆਉਣਗੇ, ਚਰਨ ਪਾਉਣਗੇ ਤਾਂ ਅਸੀਂ ਘਰ ਵਿੱਚ ਰਹਿਣਾ ਹੈ। ਇਸ ਪ੍ਰਕਾਰ ਕਰਿਓ ਦਸਾਵਣ ਹਰਖਤ ਅੰਕ। ਉਸ ਮਕਾਨ ਦੇ ਵਿੱਚ ਸੁੰਦਰ ਸੋਹਣਾ ਪਲੰਗਾ ਵੀ ਨਵਾਂ ਤਿਆਰ ਕਰਵਾਇਆ, ਬਸਤਰ ਵੀ ਨਵੇਂ ਮੰਗਵਾਏ, ਉਹ ਸਾਰੀ ਵਿਛਾਈ ਵਿਛਾ ਦਿੱਤੀ। ਉਜਲ ਆਸਤਰਨ ਕਸਵਾਏ। ਚਿੱਟੇ ਰੰਗ ਦੇ ਸੋਹਣੇ ਸਾਧ ਸੰਗਤ ਜੀ ਬਸਤਰ ਹਨ, ਚਿੱਟੇ ਰੰਗ ਦੀ ਚਾਦਰ ਇਤਿਆਦਿਕ ਸਾਰਾ ਚੰਗੀ ਤਰ੍ਹਾਂ ਵਿਛਾ ਕੇ। ਰੇਸ਼ਮ ਡੋਰ ਗੁੰਫ ਲਰਕਾਏ। ਤੇ ਰੇਸ਼ਮ ਦੀਆਂ ਡੋਰਾਂ ਵਾਲੇ ਗੁੰਫੇ ਲਟਕਦੇ ਪਏ ਨੇ। ਅੰਤਰ ਵਹਿਰ ਨਿਰੰਤਰ ਘਰ ਕੋ। ਸਾਧ ਸੰਗਤ ਜੀ ਸਦਾ ਸਦਾ ਰੋਜ਼ ਸਜਾ ਕੇ ਰੱਖਿਆ ਕਰਦੇ ਘਰ ਨੂੰ। ਰੋਜ਼ ਝਾੜੂ ਲਾਉਣਾ, ਸਫਾਈ ਕਰਨੀ, ਬਸਤਰ ਦੁਬਾਰਾ ਵਿਛਾਉਣੇ ਤੇ ਕਹਿਣਾ ਜੇ ਹੁਣੇ ਮੇਰੇ ਸਤਿਗੁਰੂ ਆ ਜਾਣ ਤਾਂ ਸਾਰੀ ਤਿਆਰੀ ਹੋਵੇ। ਕਿਤੇ ਮਹਾਰਾਜ ਜੀ ਨੂੰ ਬਿਠਾਉਣਾ ਹੈ, ਕਿਤੇ ਪ੍ਰਸ਼ਾਦਾ ਛਕਾਉਣਾ ਹੈ, ਕਿਵੇਂ ਸਤਿਗੁਰਾਂ ਦੇ ਚਰਨ ਧੋਣੇ ਨੇ, ਇਹ ਸਾਰਾ ਪ੍ਰਬੰਧ ਕੀਤਾ ਹੋਇਆ ਹੁੰਦਾ ਰੋਜ਼। ਕਰੀਐ ਤਿਆਰ ਮਾਰਜਨ ਕਰ ਕੋ। ਇਸ ਪ੍ਰਕਾਰ ਦੇ ਨਾਲ ਸੋ ਤਿਆਰੀ ਕਰੀਏ ਤੇ ਚੰਗੀ ਭਲੀ ਪ੍ਰਕਾਰ ਦੇ ਨਾਲ ਸਾਰੀ ਤਿਆਰੀ ਕਰਕੇ ਅਤਰਨ ਕੀ ਖੁਸ਼ਬੋਏ ਫੈਲਾਵੋ। ਅਤਰ ਇਤਿਆਦਿਕ ਦੀ ਚੰਗੀ ਤਰ੍ਹਾਂ ਵਧੀਆ ਤਰ੍ਹਾਂ
ਖੁਸ਼ਬੋ ਇਤਿਆਦਿਕ ਫੈਲਾ ਦਈਏ। ਦਾਸ ਭੇਜ ਗਨ ਫੂਲ ਅਨਾਵਹੁ, ਤੇ ਫੁੱਲ ਵੀ ਮੰਗਾ ਲਈਏ ਦਾਸਾਂ ਨੂੰ ਭੇਜ ਕੇ ਸੇਵਕਾਂ ਨੂੰ। ਕੁੰਭ ਅੰਬ ਹਿਤ ਦੀਜੇ ਕੌਰੇ, ਜਿਹੜੇ ਕੋਰੇ ਘੜੇ ਨੇ ਇਹ ਪੁਰਾਣੇ ਜ਼ਮਾਨੇ 'ਚ ਪਾਣੀ ਠੰਡਾ ਕਰਨਾ ਹੁੰਦਾ ਨਾ ਬਹੁਤਾ, ਤਾਂ ਉਹਦਾ ਤਰੀਕਾ ਇਹ ਹੁੰਦਾ ਸੀ ਕਿ ਟੋਆ ਪੁੱਟ ਕੇ ਉਹਦੇ ਵਿੱਚ ਪਾਣੀ ਪਾ ਕੇ ਵਿੱਚ ਸ਼ੋਰਾ ਮਿਲਾ ਕੇ ਸਾਧ ਸੰਗਤ ਜੀ ਕੋਰੇ ਘੜੇ ਲੈ ਕੇ ਭਰ ਕੇ ਪਾਣੀ ਦੇ ਤੇ ਫਿਰ ਉਹਦੇ ਵਿੱਚ ਰੱਖਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਪਾਣੀ ਬਹੁਤ ਠੰਡਾ ਹੋ ਜਾਂਦਾ ਸੀ। ਇਸ ਤਰ੍ਹਾਂ ਸਤਿਗੁਰਾਂ ਵਾਸਤੇ ਪਾਣੀ ਠੰਡਾ ਕਰਨ ਦਾ ਪ੍ਰਬੰਧ ਕੀਤਾ। ਸੀਤਲ ਜਾਲ ਕੀਜੇ ਸਮ ਓਰੇ, ਇਸ ਤਰ੍ਹਾਂ ਜਿਵੇਂ ਔਲੇ ਜਿਵੇਂ ਬਰਫ਼ ਹੁੰਦੀ ਆ ਨਾ, ਅਸਮਾਨ ਤੋਂ ਪੈਂਦੇ ਨੇ ਗੜੇ ਔਲੇ, ਉਹ ਐਨ ਬਰਫ਼ ਵਰਗਾ ਠੰਡਾ ਪਾਣੀ ਹੋ ਜਾਂਦਾ। ਤਰ ਉਪਰ ਦੇ ਕਰ ਬਹੁ ਸ਼ੋਰਾ, ਇਸ ਤਰ੍ਹਾਂ ਸਾਧ ਸੰਗਤ ਜੀ ਹਰ ਪ੍ਰਕਾਰ ਦਾ ਸੋਹਣਾ ਬੜਾ ਵਧੀਆ ਪ੍ਰਬੰਧ ਇਹਨਾਂ ਨੇ ਕੀਤਾ ਹੈ। ਸਤਿਗੁਰਾਂ ਦੇ ਬੈਠਣ ਵਾਸਤੇ ਜਿੱਤੇ ਆਸਣ ਡਾਇਆ ਉੱਪਰ ਚੰਦੋਆ ਵੀ ਲਾਇਆ ਹੋਇਆ। ਕਰਹੁ ਭਲੇ ਇਹ ਕਾਰਜ ਤੋਰਾ, ਇਹ ਜਿਹੜਾ ਭਲਾ ਕਾਰਜ ਹੈ ਭਾਈ ਤੁਹਾਡੇ ਕਰਨ ਯੋਗ ਹੈ। ਗੁਰੂ ਕੇ ਸਿੱਖੋ ਛੇਤੀ ਛੇਤੀ ਕਰੋ। ਕਹਿ ਰਾਮੋ ਸੰਗ ਆਪ ਪਿਆਨਾ, ਬੀਬੀ ਰਾਮੋ ਜੀ ਕਹਿ ਰਾਮੋ ਸੰਗ ਆਪ ਪਿਆਨਾ। ਰਾਮੋ ਜੀ ਨੂੰ ਆਖਿਆ ਧਿਆਨ ਦੇ ਕੇ ਕੰਮ ਕਰਵਾ ਲਓ ਸਾਰੇ। ਆਪ ਅੱਗੇ ਚਲੇ ਗਏ। ਗੁਰ ਸਨਮੁਖ ਕਰਬੇ ਸਨਮਾਨਾ, ਸਤਿਗੁਰਾਂ ਦੇ ਸਨਮੁਖ ਹੋ ਕੇ ਮਹਾਰਾਜ ਦਾ ਸਨਮਾਨ ਕਰਨ ਲਈ ਮਦਰ ਪ੍ਰਸਾਦ ਉਠਾਏ ਹਾਥ, ਬਹੁਤ ਸਾਰਾ ਮਿੱਠਾ ਮਠਿਆਈ ਦਾ ਪ੍ਰਸ਼ਾਦ ਚੁੱਕ ਕੇ ਹੱਥਾਂ ਵਿੱਚ। ਅਤ ਚਿਤ ਚੌਂਪ ਪਿਖਣ ਕੋ ਨਾਥ, ਇਸ ਤਰ੍ਹਾਂ ਮਨ ਦੇ ਵਿੱਚ ਬੜਾ ਚਾਅ ਚੜਿਆ ਹੈ ਜੀ। ਮਾਤ ਗੰਗ ਕੇ ਸੇਵਕ ਸੰਗ, ਇਧਰ ਮਾਤਾ ਗੰਗਾ ਜੀ ਸੇਵਕਾਂ ਸੇਵਾਦਾਰਨੀਆਂ ਦੇ ਸਹਿਤ ਮਿਲੇ ਡਰੋਲੀ ਮਨੁਜ ਉਮੰਗ, ਉਹ ਡਰੋਲੀ ਤੋਂ ਬਹੁਤ ਸਾਰੇ ਮਨੁੱਖ ਚੱਲ ਪਏ ਹਨ। ਸਭਨ ਕੇ ਚਿਤ ਚਾਓ ਵਡੇਰੇ, ਸਾਰਿਆਂ ਦੇ ਮਨ ਦੇ ਵਿੱਚ ਬੜਾ ਚਾਓ ਹੈ, ਬੜੀ ਸ਼ਰਧਾ ਹੈ। ਪੈਰ ਨਗਨ ਗੇ ਕੋਸ ਅਗੇਰੇ, ਇਸ ਤਰ੍ਹਾਂ ਕੁਝ ਕੋਸ ਅੱਗੇ ਚਲੇ ਗਏ ਪਿੰਡ ਤੋਂ ਬਾਹਰ-ਬਾਹਰ। ਪਿੱਛੇ ਦੂਰ ਤੇ ਉਡਤੀ ਧੂਰ, ਦੂਰ ਤੋਂ ਉੱਡਦੀ ਹੋਈ ਧੂੜ ਦਿਖਾਈ ਦਿੱਤੀ ਹੈ। ਭੇ ਆਨੰਦ ਤੇ ਔਰ ਭਾਰਪੂਰ, ਮਨ ਪ੍ਰਸੰਨ ਹੋਇਆ ਕਿ ਇਹ ਧੂੜ ਤਾਂ ਕਿਸੇ ਫੌਜ ਦੇ ਆਉਣ ਤੇ ਹੀ ਇਸ ਤਰ੍ਹਾਂ ਉੱਡਦੀ ਨਜ਼ਰ ਆਉਂਦੀ ਹੈ। ਜਦੋਂ ਵਾਹ-ਵਾਹ ਸੈਂਕੜੇ ਘੋੜੇ ਲਗਾਤਾਰ ਇੱਕੋ ਰਸਤੇ ਤੋਂ ਨਹੀਂ ਚੱਲਣ ਤਾਂ ਧੂੜ ਉੱਡਦੀ ਬਹੁਤ। ਇਹਦਾ ਮਤਲਬ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਗਏ ਹਨ। ਉਦਿਓ ਮਨੋ ਪੂਰਬ ਦੇਸ਼ ਚੰਦ, ਪੂਰਬ ਵਾਲੇ ਪਾਸੇ ਤੋਂ ਮਾਨੋ ਕਿ ਜਿਵੇਂ ਚੰਦ ਚੜ ਆਇਆ ਹੋਵੇ। ਭਏ ਚਕੋਰ ਬਿਲੋਚਣ ਦੁੰਦ, ਤੇ ਗੁਰੂ ਕੇ ਸਿੱਖ ਚਕੋਰ ਦੀ ਤਰ੍ਹਾਂ ਵੇਖ ਰਹੇ ਨੇ ਟਿਕਟਿਕੀ ਲਗਾ ਕੇ। ਕਰਤੂ ਤਾਇਲ ਕਿਮ ਮਿਲ ਜਾਏ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਚੰਦ ਨੂੰ ਚਕੋਰ ਵੇਖਦੀ ਹੈ ਇਸ ਤਰ੍ਹਾਂ ਕਿ ਛੇਤੀ ਛੇਤੀ ਆ ਜਾਣ। ਜਨ ਰਵ ਪਿਖ ਪੰਕਜ ਬਿਕਸਾਏ, ਮਾਨੋ ਕਿ ਜਿਵੇਂ ਜਿਹੜੇ ਕਮਲ ਦੇ ਫੁੱਲ ਖਿੜ ਜਾਂਦੇ ਨੇ ਸੂਰਜ ਵੱਲ ਵੇਖ ਕੇ। ਚਰਨ ਧਰਤ ਆਗੇ ਵਿਚਲੰਤੇ, ਚਰਨ ਧਰਤ ਆਗੇ ਵਿਚਲੰਤੇ, ਕਾਲੀ ਕਾਲੀ ਪੈਰ ਪੁੱਟਦੇ ਜਾਂਦੇ ਅੱਗੇ ਅੱਗੇ। ਗਾਦ ਗਾਦ ਗਿਰਾ ਨ ਬੋਲ ਸਕੰਤੇ, ਗਦ ਗਦ ਹੋ ਗਏ ਤੇ ਮੂੰਹੋਂ ਬੋਲਿਆ ਵੀ ਨਹੀਂ ਜਾਂਦਾ, ਇੰਨਾ ਗੱਜ ਭਾਰ ਆਇਆ। ਭਈ ਦਸ਼ਾ ਅਸ ਸਾਈਂ ਦਾਸ, ਭਾਈ ਸਾਈਂ ਦਾਸ ਜੀ ਦੀ ਇਸ ਪ੍ਰਕਾਰ ਦੀ ਅਵਸਥਾ ਬਣ ਗਈ। ਮਨ ਕੋ ਪ੍ਰੇਮ ਵਿਸਾਲ ਪ੍ਰਕਾਸ਼, ਬੜਾ ਮਨ ਦੇ ਵਿੱਚ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦੇ ਪ੍ਰਥਾਏ ਪ੍ਰੇਮ ਦਾ। ਜਲ ਕੀ ਬੂੰਦ ਬਿਲੋਚਣ ਬਰਨੀ, ਸਾਧ ਸੰਗਤ ਜੀ ਜਿਵੇਂ ਜਲ ਦੀ ਬੂੰਦ ਧਰਤੀ ਤੇ ਆਣ ਕੇ ਡਿੱਗਦੀ ਹੈ, ਇਹ ਅਲੰਕਾਰ ਬੱਧੇ ਨੇ। ਅੱਡੋ ਅੱਡ ਪ੍ਰਕਾਰ ਦੇ ਕਵੀ ਜੀ ਨੇ। ਧਰ ਧਰ ਭਰਤ ਬਦਨ ਤੇ ਧਰਨੀ, ਸਤਿਗੁਰੂ ਜੀ ਦੇ ਚਰਨਾਂ ਤੇ ਮੁੜ ਮੁੜ ਸਿਰ ਰੱਖਦੇ ਨੇ। ਇਤਨੇ ਮਹਿ ਸਤਿਗੁਰ ਸਹਿਸਾਏ, ਇੰਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਆ ਗਏ ਸਾਹਮਣੇ। ਪ੍ਰੇਮਾਤੁਰ ਕੋ ਚਹਿਸ ਮਿਲਾਏ, ਮੇਰੇ ਪਾਤਸ਼ਾਹ ਆਪਣੇ ਮਾਤਾ ਜੀ ਨੂੰ ਔਰ ਭਾਈ ਸਾਈਂ ਦਾਸ ਜੀ ਨੂੰ ਅੱਗੇ ਹੋ ਕੇ ਮਿਲਣਾ ਚਾਹਿਆ। ਪਰਮ ਭਵੰਗਮ ਪਾਇਓ ਪੋਈਏ, ਤਾਂ ਇਸੇ ਤਰ੍ਹਾਂ ਮੇਰੇ ਦਾਤਾ ਜੀ ਜਦੋਂ ਅੱਗੇ ਹੋਏ ਨੇ ਭਾਈ ਸਾਈਂ ਦਾਸ ਜੀ ਮੱਥਾ ਟੇਕਣਾ ਚਾਹੁੰਦੇ। ਮਾਤਾ ਗੰਗਾ ਜੀ
ਸਾਧ ਸੰਗਤ ਜੀ ਇਸੇ ਪ੍ਰਕਾਰ ਹੀ ਮੱਥਾ ਟੇਕਣਾ ਚਾਹੁੰਦੇ, ਪਰ ਸਤਿਗੁਰੂ ਉਸ ਮਰਜ਼ਾਦਾ ਨੂੰ ਕਿ ਮਾਤਾ ਜੀ ਵੱਡੇ ਨੇ, ਭਾਈ ਸਾਈਂ ਦਾਸ ਜੀ ਨੂੰ ਆਦਰ ਮਾਣ ਦਿੰਦੇ ਨੇ। ਆਪਣੇ ਜਨ ਕੋ ਤੂਰਨ ਜੋਈਏ, ਆਪਣੇ ਪਿਆਰਿਆਂ ਨੂੰ ਅੱਗੇ ਹੋ ਕੇ ਮਿਲਦੇ ਨੇ, ਦੇਰੀ ਨਹੀਂ ਕਰਦੇ, ਸੁਖ ਦਿੰਦੇ ਨੇ। ਨਿਕਟ ਹੋਏ ਕਰ ਲੀਨ ਟਿਕਾਏ, ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਸਾਹਮਣੇ ਆਏ, ਬੜੇ ਪ੍ਰੇਮ ਨਾਲ ਮਿਲੇ ਤੇ ਭਾਈ ਸਾਈਂ ਦਾਸ ਜੀ ਨੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਤੇ ਰੱਖਿਆ। ਸੰਗ ਸੁਬਟ ਪਛਚਾਤੀ ਆਏ, ਬਾਕੀ ਸੂਰਮੇ ਯੋਧੇ ਬਹਾਦਰ ਉਹ ਵੀ ਸਾਰੇ ਆ ਗਏ ਹਨ। ਸਾਈਂ ਦਾਸ ਉਤਾਇਲ ਕਰਕੇ, ਸਾਈਂ ਦਾਸ ਤਾਂ ਬਹੁਤ ਜ਼ਿਆਦਾ ਉਤਾਵਲਾ ਹੋਇਆ ਹੈ। ਦਰਸ਼ਨ ਦੇਖ ਚਰਨ ਕਾਰ ਧਰ ਇਹ ਕੇ, ਦਰਸ਼ਨ ਕਰਦਾ ਫੇਰ ਮੱਥਾ ਚਰਨਾਂ ਤੇ ਧਰਦਾ, ਦਰਸ਼ਨ ਕਰਦਾ ਫੇਰ ਮੱਥਾ ਧਰ ਦਿੰਦਾ ਚਰਨਾਂ ਤੇ। ਸਿਰ ਧਾਰ ਭਾਗ ਪਰ ਇਹ ਥਲ ਥਿਰਿਓ। ਇਤੇ ਮੇਰੇ ਦਾਤਾ ਜੀ ਜਦੋਂ ਰੁਕ ਗਏ ਨੇ, ਭਾਈ ਸਾਈਂ ਦਾਸ ਜੀ ਮੱਥਾ ਟੇਕ ਰਹੇ ਨੇ ਵਾਰ-ਵਾਰ ਚਾਅ ਦੇ ਨਾਲ। ਮਨਹੁ ਪਖਾਰਨ ਦ੍ਰਿਗ ਜਲ ਕਰਿਓ, ਮਾਨੋ ਨੇਤਰਾਂ ਦੇ ਜਲ ਦੇ ਨਾਲ ਚਰਨ ਧੋ ਹੀ ਦੇਣੇ ਹੋਣ। ਅਪਰਦਾਸ ਦੂਸਰ ਪਗ ਗਹਿਓ, ਫੇਰ ਮੇਰੇ ਸਤਿਗੁਰੂ ਜੀ ਦੇ ਹੋਰ ਵੀ ਸੇਵਕਾਂ ਗੁਰਮੁਖਾਂ ਰੱਬ ਦੇ ਪਿਆਰਿਆਂ ਨੇ ਅੱਗੇ ਹੋ ਕੇ ਮੱਥਾ ਟੇਕਿਆ। ਧਰ ਧਰ ਸਿਰ ਸਭ ਆਨੰਦ ਲਹਿਓ, ਸਾਰਿਆਂ ਨੇ ਮੱਥਾ ਟੇਕਿਆ ਤੇ ਬੜਾ ਆਨੰਦ ਲਿਆ। ਸਨੈ ਸਨੈ ਗਮਨੇ ਦੇਸ਼ ਗ੍ਰਾਮੂ, ਫਿਰ ਸਤਿਗੁਰੂ ਜੀ ਨਗਰ ਵੱਲ ਨੂੰ, ਪਿੰਡ ਵੱਲ ਨੂੰ ਚੱਲ ਪਏ। ਬੋਲਤ ਬਾਤ ਕਰਤ ਅਬਿਰਾਮੂ, ਤੇ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਬਾਤਾਂ ਗੱਲਾਂ ਕਰਦੇ ਹਨ। ਸਾਈਂ ਦਾਸ ਸਦਾ ਰਿਦ ਮੇਰੇ, ਏ ਸਾਈਂ ਦਾਸ ਜੀ ਤੁਸੀਂ ਸਦਾ ਸਦਾ ਮੇਰੇ ਹਿਰਦੇ ਵਿੱਚ ਹੋ। ਬਸਤ ਰਹਿਓ ਤਵ ਪ੍ਰੇਮ ਵਡੇਰੇ, ਤੁਹਾਡੇ ਹਿਰਦੇ ਦਾ ਪ੍ਰੇਮ ਕਦੇ ਕਦੇ ਵੀ ਸਾਡੇ ਹਿਰਦੇ ਤੋਂ ਪਰੇ ਨਹੀਂ ਹੋਇਆ, ਸਦਾ ਸਾਡੇ ਹਿਰਦੇ ਦੇ ਅੰਦਰ ਵਸਿਆ ਰਹਿੰਦਾ। ਸਿਮਰਤ ਕਰਤ ਚਹਿਤ ਇਤੇ ਆਵਨ, ਸਦਾ ਤੁਹਾਨੂੰ ਸਿਮਰਦੇ ਰਹੇ ਤੇ ਇੱਧਰ ਆਉਣ ਦਾ ਮਨ ਉਡਾਰੀਆਂ ਮਾਰਦਾ ਰਿਹਾ। ਹਿਤ ਕਾਰਜ ਬਿਲਮੇ ਸਭ ਥਾਵਨ, ਜਿਹੜੇ ਜ਼ਰੂਰੀ ਕਾਰਜ ਕਰਨੇ ਸਨ ਇਸ ਲਈ ਸਾਡੇ ਕੋਲੋਂ ਬਿਲਮ ਹੋ ਗਿਆ, ਦੇਰੀ ਹੋ ਗਈ ਆਉਣ ਵਿੱਚ। ਭਏ ਸਿੱਧ ਨਹਿ ਦੇਰ ਲਗਾਏ, ਤਾਂ ਇਸ ਕਰਕੇ ਦੇਰ ਲੱਗ ਗਈ ਹੈ। ਹੁਣ ਕਾਰਜ ਸਿੱਧ ਹੋ ਗਏ ਨੇ ਤੇ ਕਾਰਜ ਸਿੱਧ ਕਰਦਿਆਂ ਸਾਰ ਤੁਹਾਡੇ ਕੋਲ ਆ ਗਏ ਹਾਂ। ਸ਼ੀਗਰ ਕਰਤ ਤੇਰੀ ਦਿਸ਼ ਆਏ, ਸ਼ੀਗਰਤਾ ਕਰਕੇ ਤੁਹਾਡੇ ਵੱਲ ਆਏ ਆ, ਤੁਹਾਡੀ ਪੁਕਾਰ ਨਾਲ। ਮਗ ਮਹਿ ਸਿੱਖ ਸੰਗਤ ਸਭ ਥਾਈ, ਰਸਤੇ ਵਿੱਚ ਵੀ ਗੁਰੂ ਕੀ ਸੰਗਤ ਬੇਅੰਤ ਬੇਅੰਤ ਆ ਕੇ ਮਿਲੀ ਹੈ। ਕਰ ਕਰ ਬਿਨਤੀ ਲਿਏ ਟਿਕਾਈ, ਉਹਨਾਂ ਨੇ ਬੇਨਤੀਆਂ ਕਰ ਕਰਕੇ ਸਾਨੂੰ ਰੋਕ ਲਿਆ ਕੁਝ ਸਮੇਂ ਲਈ। ਸਭ ਹਿਨ ਮਨੋ ਕਾਮਨਾ ਪੂਰ, ਤੇ ਸਾਰਿਆਂ ਦੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਵੀ ਕਰਨੀਆਂ ਹੁੰਦੀਆਂ ਹਨ। ਆਏ ਸ਼ੀਗਰ ਲਖੋ ਮਗ ਦੂਰ, ਇਸ ਕਰਕੇ ਅਸੀਂ ਭਾਈ ਇਸ ਅਰਥ ਵਿੱਚ ਤਾਂ ਸ਼ੀਘਰ ਆ ਗਏ ਆ ਤੇ ਦੂਜੇ ਅਰਥ ਵਿੱਚ ਦੇਰ ਲੱਗੀ ਹੈ। ਇਮ ਬੋਲਤ ਬਿਹ ਸਤ ਗੁਰਨਾਥ, ਇਸ ਤਰ੍ਹਾਂ ਸਤਿਗੁਰੂ ਜੀ ਭਾਈ ਸਾਈਂ ਦਾਸ ਜੀ ਦੇ ਨਾਲ ਗੱਲਾਂ ਕਰਦੇ ਹਨ। ਸਾਈਂ ਦਾਸ ਲੀਏ ਨਿਜ ਸਾਥ, ਬਾਬਾ ਸਾਈਂ ਦਾਸ ਜੀ ਨੂੰ ਆਪਣੇ ਨਾਲ ਲੈ ਕਰਕੇ ਗ੍ਰਾਮ ਡਰੋਲੀ ਭਏ ਪਰਵੇਸ਼, ਡਰੋਲੀ ਨਾਮ ਦੇ ਗ੍ਰਾਮ ਦੇ ਵਿੱਚ ਪ੍ਰਵੇਸ਼ ਹੋਏ ਹਨ। ਆਏ ਮਿਲੇ ਤਹ ਲੋਕ ਅਸ਼ੇਸ਼, ਬਹੁਤ ਬਹੁਤ ਗੁਰੂ ਕੇ ਪਿਆਰੇ ਗੁਰੂ ਕੀ ਸਿੱਖ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈ ਆ ਇਤੇ। ਜਥਾ ਜੋਗ ਮਿਲ ਬੋਲਣ ਕਰਕੇ, ਸਤਿਗੁਰੂ ਜੀ ਸਾਰਿਆਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਪੇਸ਼ ਆਏ, ਬੜੇ ਪ੍ਰੇਮ ਨਾਲ ਗੱਲਾਂ ਕੀਤੀਆਂ। ਹਾਏ ਟਿਕਾਏ ਦਰ ਤਰੇ ਉਤਰ ਕੇ, ਭਾਈ ਸਾਈਂ ਦਾਸ ਜੀ ਨੇ ਬੇਨਤੀ ਕੀਤੀ ਹੈ, ਨਵਾਂ ਮਕਾਨ ਬਣਾਇਆ, ਤੁਹਾਡੇ ਚਰਨ ਪੈਣ ਦੀ ਉਡੀਕ ਸੀ ਤਾਂ ਮਹਾਰਾਜ ਜੀ ਇਧਰ ਨੂੰ ਹੋਏ ਨੇ। ਗਏ ਪ੍ਰਥਮ ਗੰਗਾ ਕੇ ਪਾਸੀ, ਅੰਦਰ ਮਾਤਾ ਗੰਗਾ ਜੀ ਨੇ, ਮਾਤਾ ਗੰਗਾ ਜੀ ਦੇ ਕੋਲ ਪਹਿਲਾਂ ਗਏ। ਤਨਜ ਬਿਲੋਕਣ ਕੀ ਬੜ ਪਿਆਸੀ, ਬਹੁਤ ਦਰਸ਼ਨਾਂ ਦੀ ਪਿਆਸ ਜਿਨ੍ਹਾਂ ਦੇ ਮਨ ਵਿੱਚ ਹੈ। ਸੁਣ ਆਗਮਨ ਆਨੰਦਤ ਹੋਈ, ਸੁਣ ਕੇ ਸਤਿਗੁਰਾਂ ਦਾ ਆਗਮਨ ਮਾਤਾ ਜੀ ਬੜੇ ਪ੍ਰਸੰਨ ਹੋਏ। ਪ੍ਰਿਯ ਪੁੱਤਰਾ ਥਿਰ ਦਵਾਰ ਵਲੋਈ, ਦਰਵਾਜ਼ੇ ਤੇ ਖਲੋ ਕੇ ਆਪਣੇ ਪਿਆਰੇ ਪੁੱਤਰ ਸਤਿਗੁਰਾਂ ਦੇ ਦਰਸ਼ਨ ਕਰਨ ਆਏ। ਆਗੇ ਗਏ ਦੌਰ ਬਹੁ ਪਾਸ, ਤੇ ਅੱਗੇ ਵੀ ਗਏ ਨੇ ਚਾਰ ਚਫੇਰੇ
ਸਾਰੀ ਗੁਰੂ ਕੀ ਸੰਗਤ ਦੌੜ ਦੌੜ ਕੇ ਆਉਂਦੀ ਹੈ ਕੋਲ। ਜਿਨ ਗੁਰ ਦੇਖਿਓ ਧਰੇ ਹੁਲਾਸ, ਜਿਨਨੇ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਉਹਦੇ ਮਨ ਨੂੰ ਚਾਅ ਚੜ ਗਿਆ, ਉਹਦੇ ਮਨ ਦੇ ਵਿੱਚ ਬੜੀ ਪ੍ਰਸੰਨਤਾ ਆ ਗਈ। ਮਾਤਾ ਜੀ ਆਏ ਗੁਰ ਪੂਰੇ, ਇਸ ਤਰ੍ਹਾਂ ਮਾਤਾ ਗੰਗਾ ਜੀ ਵਧਾਈ ਹੋਵੇ, ਸਤਿਗੁਰੂ ਆ ਗਏ ਨੇ। ਸਭਨ ਕੀਨਸ ਦਰਸ਼ਨ ਰੂਰੇ, ਤੇ ਸਾਰੀ ਸੰਗਤ ਦਰਸ਼ਨ ਕਰ ਰਹੀ ਹੈ ਬੜੇ ਬੇਸ਼ਕੀਮਤੀ। ਇਤਨੇ ਮਹਿ ਸ਼੍ਰੀ ਹਰ ਗੋਬਿੰਦ, ਇੰਨੇ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਰੇ ਮਾਤ ਕੇ ਪਾਦ ਅਰਬਿੰਦ, ਮਾਤਾ ਜੀ ਦੇ ਚਰਨਾਂ ਤੇ ਆਣ ਮੱਥਾ ਟੇਕਿਆ। ਵੇਖ ਸਪੂਤ ਕੋ ਅੰਕ ਲਗਾਏ ਵਾ, ਆਪਣੇ ਪੁੱਤਰ ਜੀ ਨੂੰ ਆਇਆ ਵੇਖ ਕੇ ਘੁੱਟ ਕੇ ਛਾਤੀ ਨਾਲ ਲਾ ਲਿਆ ਮਾਤਾ ਗੰਗਾ ਜੀ ਨੇ। ਔਰ ਆਨੰਦ ਦ੍ਰਿਗ ਜਲ ਭਰ ਆਏ ਵਾ, ਨੇਤਰ ਭਰ ਆਏ ਜਲ ਦੇ ਨਾਲ ਬੈਰਾਗ ਵਿੱਚ ਵੀ ਕਿੰਨੇ ਚਿਰਾਂ ਬਾਅਦ ਦਰਸ਼ਨ ਹੋ ਰਹੇ ਨੇ। ਮਸਤਕ ਸੁੰਗਤ ਬਾਰਮੁਖ ਹੀਰਤ, ਪੁੱਤਰ ਜੀ ਦਾ ਮੱਥਾ ਚੁੰਮਿਆ ਤੇ ਬੜੀਆਂ ਬਖਸ਼ੀਆਂ ਕੀਤੀਆਂ। ਰਜ ਝਾਰਤ ਅੰਚਰ ਕੋ ਪ੍ਰੇਰਤ, ਮਾਤਾ ਗੰਗਾ ਜੀ ਇਸ ਤਰ੍ਹਾਂ ਬੈਰਾਗ ਵਿੱਚ ਪ੍ਰੇਮ ਦੇ ਵਿੱਚ ਨੇਤਰਾਂ ਦੇ ਵਿੱਚ ਜਲ ਕਿਰਦਾ, ਸੋ ਸਤਿਗੁਰੂ ਜੀ ਧੀਰੇ ਹੀ ਦਿੰਦੇ ਨੇ। ਕਰੇ ਪ੍ਰੇਮ ਕੋ ਕਰ ਤਨ ਫੇਰਤ, ਬੜਾ ਪ੍ਰੇਮ ਹਿਰਦੇ ਦੇ ਵਿੱਚ ਹੈ। ਸੋ ਮਾਤਾ ਜੀ ਜਿਵੇਂ ਪੁੱਤਰ ਲਾਡਲਾ ਛੋਟੀ ਜੀ ਉਮਰ ਦਾ ਹੋਵੇ, ਇਵੇਂ ਹੱਥ ਫੇਰ ਕੇ ਪਲੋਸਦੇ ਹਨ। ਮਨਹੁ ਬਿਰਹਾ ਕੋ ਕਸ਼ਟ ਨ ਬੇਰਤ, ਮਾਨੋ ਕਿ ਬਿਰਹੇ ਦਾ ਕਸ਼ਟ ਮੇਰੇ ਸਤਿਗੁਰਾਂ ਨੇ ਆਣ ਕੇ ਮਾਤਾ ਜੀ ਦਾ ਬੜਾ ਵੱਡਾ ਇਹ ਦੁੱਖ ਸੀ ਤੇ ਇਹਨੂੰ ਸਾਧ ਸੰਗਤ ਜੀ ਨਿਬੇੜ ਦਿੱਤਾ, ਮੁਕਾ ਦਿੱਤਾ। ਕਹੋ ਸੋਤ ਸਕਲ ਕਾਜ ਸਿਧ ਕੀਨੇ, ਇਹ ਮੇਰੇ ਪੁੱਤਰ ਜੀ ਦੱਸੋ ਸਾਰੇ ਕਾਰਜ ਸਿੱਧ ਹੋ ਗਏ ਹਨ। ਜਿਸ ਹਿਤ ਇਤੇ ਪੰਥ ਪਗ ਦੀਨੇ, ਜਿਹੜੇ ਕੰਮ ਲਈ ਐਡੇ ਲੰਮੇ ਪੈਂਡੇ ਤੇ ਤੁਸੀਂ ਗਏ ਸੀ। ਇਸ ਤਰ੍ਹਾਂ ਮਾਤਾ ਜੀ ਨੇ ਪੁੱਛਿਆ। ਅੱਗੋਂ ਸਤਿਗੁਰੂ ਜੀ ਉੱਤਰ ਦੇਣਗੇ ਤੇ ਅਗਲੇ ਜਿਹੜੇ ਪ੍ਰਸੰਗ ਨੇ ਉਹ ਆਉਂਦੇ ਦਿਨਾਂ ਵਿੱਚ ਗੁਰੂ ਕਿਰਪਾ ਦੇ ਨਾਲ ਸ਼ਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਸੋ ਸਾਧ ਸੰਗਤ ਜੀ ਸਤਿਗੁਰੂ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ। ਆਓ ਜੀ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸੱਚੇ ਪਾਤਸ਼ਾਹ ਜੀ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਫਤਿਹ ਬੁਲਾਈਏ ਜੀ। ਕਹੋ ਸੋਤ ਸਕਲ ਕਾਜ ਸਿਧ ਕੀਨੇ, ਜਿਸ ਹਿਤ ਇਤੇ ਪੰਥ ਪਗ ਦੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सब ठीक है।